ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਜੀ ਦਾ ਰਾਮਕਲੀ ਰਾਗ ਦੇ ਅੰਦਰ ਦਰਜ ਹੈ। ਇਸ ਪਾਵਨ ਸ਼ਬਦ ਦੇ ਅੰਦਰ ਕਿਸੇ ਦਾ ਨਾਮ ਨਹੀਂ ਲਿਆ ਗਿਆ। ਇਸ਼ਾਰੇ ਦੇ ਨਾਲ ਦੱਸਿਆ ਗਿਆ ਹੈ, ਗਹੁ ਕਰ ਪਕਰੀ ਨਾ ਆਈ ਹਾਥ। ਗਹੁ ਕਰ ਦਾ ਅਰਥ ਹੁੰਦਾ ਬੜੇ ਖਿਆਲ ਦੇ ਨਾਲ, ਬੜੀ ਗਹੁ ਦੇ ਨਾਲ। ਇਹ ਸਾਡਾ ਆਪਣਾ ਸ਼ਬਦ ਹੈ ਪੰਜਾਬੀਆਂ ਦਾ। ਗਹੁ ਦਾ ਅਰਥ ਧਿਆਨ ਵੀ ਕਰਦੇ ਨੇ ਵਿਦਵਾਨ। ਜਿਵੇਂ ਗਹੁ ਦਾ ਅਰਥ ਉਦਮ ਵੀ ਹੈ। ਜੇ ਕੋਈ ਪ੍ਰਾਣੀ ਕੰਮ ਤਾਂ ਕਰਦਾ ਹੋਵੇ ਪਰ ਉਹਨੂੰ ਧਿਆਨ ਨਾਲ ਨਾ ਕਰਦਾ ਹੋਵੇ ਤੇ ਅਸੀਂ ਕਹਿ ਦਿੰਦੇ ਹਾਂ ਇਹਨੇ ਗਹੁ ਨਾਲ ਨਹੀਂ ਕੀਤਾ। ਇੱਥੇ ਧਿਆਨ ਅਰਥ ਬਣ ਗਿਆ ਵੀ ਇਹਨੇ ਧਿਆਨ ਨਾਲ ਕੰਮ ਨਹੀਂ ਕੀਤਾ ਤਾਂ ਇਹ ਠੀਕ ਨਹੀਂ ਹੋਇਆ। ਜੇ ਕੋਈ ਕੰਮ ਦੇ ਵੱਲੋਂ ਢਿੱਲਾਪਨ ਰੱਖਦਾ ਹੋਵੇ, ਉਦਮ ਨਾ ਹੋਵੇ, ਤੇ ਫਿਰ ਆਪਾਂ ਆਖਦੇ ਇਹਨੂੰ ਕੰਮ ਕਰਨ ਦਾ ਗਹੁ ਨਹੀਂ, ਇਹਦੇ ਅੰਦਰ ਉਦਮ ਨਹੀਂ ਕੰਮ ਕਰਨ ਦਾ, ਉਦਮ ਨਹੀਂ ਲੈ ਕੇ ਆਉਂਦਾ, ਗਹੁ ਨਹੀਂ ਕਰਦਾ। ਇੱਥੇ ਉਦਮ ਬਣ ਗਿਆ। ਹੁਣ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਗਹੁ ਕਰ ਪਕਰੀ, ਇਹ ਇਸਤਰੀ ਲਿੰਗ ਸ਼ਬਦ ਹੈ। ਇਸ ਤੋਂ ਫਿਰ ਥੋੜੀ ਜਿਹੀ ਸੋਝੀ ਮਿਲਦੀ ਹੈ ਕਿ ਗੁਰੂ ਮਹਾਰਾਜ ਜੀ ਨੇ ਨਾ ਜਿਤਨੇ ਵੀ ਇਸਤਰੀ ਲਿੰਗ ਮਨੁੱਖ ਦੇ ਜੀਵਨ ਦੇ ਵਿੱਚ ਨੇ ਉਹਨਾਂ ਦਾ ਜ਼ਿਕਰ ਕੀਤਾ। ਜਿਵੇਂ ਮਾਇਆ ਹੈ, ਇਸ ਨੂੰ ਇਸਤਰੀ ਮੰਨਿਆ ਗਿਆ ਹੈ। ਮਨੁੱਖ ਦੀ ਇੱਜ਼ਤ ਹੈ, ਇਹ ਵੀ ਇਸਤਰੀ ਲਿੰਗ ਦੇ ਵਿੱਚ ਆਉਂਦੀ ਹੈ। ਇਸ ਤਰ੍ਹਾਂ ਹੋਰ ਵੀ ਕਈ ਚੀਜ਼ਾਂ ਨੇ, ਪਦਵੀਆਂ ਨੇ, ਇਹ ਵੀ ਇਸਤਰੀ ਲਿੰਗ ਦੇ ਵਿੱਚ ਆਉਂਦੀਆਂ ਹਨ। ਹੁਣ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਇਹ ਦੱਸਦੇ ਨੇ ਵੀ ਕਈ ਵਾਰੀ ਨਾ ਅਸੀਂ ਬੜੀ ਗਹੁ ਕਰਦੇ ਹਾਂ, ਉਦਮ ਕਰਦੇ ਹਾਂ ਵੀ ਸਾਨੂੰ ਇਸ ਚੀਜ਼ ਦੀ ਪ੍ਰਾਪਤੀ ਹੋ ਜਾਵੇ। ਉਹ ਭਾਵੇਂ ਮਾਇਆ ਹੋਵੇ, ਭਾਵੇਂ ਪਦਵੀ ਹੋਵੇ, ਤੇ ਭਾਵੇਂ ਅਸੀਂ ਆਪਣੀ ਇੱਜ਼ਤ ਨੂੰ ਲੋਕਾਂ ਦੇ ਵਿੱਚ ਜ਼ਿਆਦਾ ਵੱਡੀ ਕਰਕੇ ਵਿਖਾਉਣ ਦਾ ਯਤਨ ਕਰਦੇ ਹੋਈਏ ਵੀ ਅਸੀਂ ਬੜੇ ਚੰਗੇ ਹਾਂ। ਇਹ ਸਾਰੀਆਂ ਚੀਜ਼ਾਂ ਨੇ, ਇਹ ਇਸਤਰੀ ਲਿੰਗ ਦੇ ਵਿੱਚ ਆਉਂਦੀਆਂ ਨੇ। ਜੇ ਇਹਨਾਂ ਨੂੰ ਅਸੀਂ ਗਹੁ ਕਰਕੇ ਪਕੜਦੇ ਹਾਂ ਵੀ ਸਾਡੀ ਪਕੜ ਦੇ ਵਿੱਚ ਆ ਜਾਣ, ਨਾ ਆਈ ਹੱਥ, ਫਿਰ ਇਹ ਹੱਥ ਨਹੀਂ ਹੁੰਦੀ। ਕੱਲੀ ਗਹੁ ਕਰਿਆ ਕੋਈ ਵੀ ਚੀਜ਼ ਹੈ ਜਿਹੜੀ ਉਹ ਹੱਥ ਦੇ ਵਿੱਚ ਨਹੀਂ ਆਉਂਦੀ। ਧੰਨ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲੋਂ ਦਾ ਜਿਹੜਾ ਸਮਾਂ ਸੀ, ਉਦੋਂ ਮੰਗਲਾਚਰਨ ਕੀਤੇ ਜਾਂਦੇ ਸਨ। ਮੰਗਲਾਚਰਨ ਦੋ ਕੀਤੇ ਜਾਂਦੇ ਸਨ। ਇੱਕ ਮੰਗਲਾਚਰਨ ਹੁੰਦਾ ਸੀ ਓਮ ਨਮੋ ਸਰਸਵਤੀ, ਤੇ ਦੂਸਰਾ ਮੰਗਲਾਚਰਨ ਹੁੰਦਾ ਸੀ ਓਮ ਨਮੋ ਗਣੇਸ਼ਿਆ। ਇਹ ਦੋ ਮੰਗਲਾਚਰਨ ਕੀਤੇ ਜਾਂਦੇ ਸਨ। ਗਣੇਸ਼ ਦਾ ਮੰਗਲਾਚਰਨ ਇਸ ਕਰਕੇ ਕੀਤਾ ਜਾਂਦਾ ਸੀ ਵੀ ਸਾਡੇ ਕੰਮ ਦੇ ਵਿੱਚ ਵਿਘਨ ਨਾ ਪਵੇ। ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਹੇ ਗਣੇਸ਼ ਤੂੰ ਸਾਡੇ ਤੇ ਕਿਰਪਾ ਬਣਾ ਕੇ ਰੱਖੀ, ਸਾਨੂੰ ਵਿਘਨ ਨਾ ਪਵੇ। ਇਹਨੂੰ ਸਿੱਧੀ ਆਖਦੇ ਨੇ। ਜਿਹੜੇ ਮਨੁੱਖ ਦੇ ਹੱਥ ਦੇ ਵਿੱਚ ਸਿੱਧੀ ਹੋਵੇ, ਉਹ ਫਿਰ ਜਿਹੜੇ ਕੰਮ ਨੂੰ ਸ਼ੁਰੂ ਕਰ ਲੈਂਦਾ ਨਾ, ਉਸ ਦੇ ਵਿੱਚ ਵਿਘਨ ਨਹੀਂ ਪੈਂਦਾ, ਉਹ ਸਿਰੇ ਲੱਗ ਜਾਂਦਾ ਹੈ। ਤੇ ਜਿਹੜਾ ਸਰਸਵਤੀ ਦਾ ਮੰਗਲਾਚਰਨ ਕਰਦੇ ਹੁੰਦੇ ਸਨ, ਉਹ ਇਸ ਕਰਕੇ ਕਰਦੇ ਹੁੰਦੇ ਸਨ ਕਿ ਸਾਡੀ ਬੁੱਧੀ ਹੈ ਜਿਹੜੀ ਇਹ ਤੀਵਰ ਰਵੇ। ਸਮਾਂ ਆ ਗਿਆ ਧੰਨ ਗੁਰੂ ਨਾਨਕ ਦੇਵ ਜੀ ਦਾ। ਗੁਰੂ ਨਾਨਕ ਦੇਵ ਜੀ ਨੇ ਫਿਰ ਆਖਿਆ ਵੀ ਜਿਹੜੀ ਸਿੱਧੀ ਤੇ ਬੁੱਧੀ ਹੈ ਨਾ, ਇਹ ਦੋ ਦਾਤਾਂ ਨੇ ਮਨੁੱਖ ਦੇ ਕੋਲ। ਇਹ ਦੋਵੇਂ ਦਾਤਾਂ ਨੇ ਜਿਹੜੀਆਂ, ਇਹ ਪ੍ਰਭੂ ਪਰਮਾਤਮਾ ਦੇ ਹੱਥ ਦੇ ਵਿੱਚ ਨੇ। ਤੇ ਇਸ ਕਰਕੇ ਫਿਰ ਸਾਨੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਹੀ ਮੰਗਲਾਚਰਨ ਕਰਨਾ ਚਾਹੀਦਾ ਹੈ। ਨਾ ਤਾਂ ਇਹ ਸਿੱਧੀ ਦੀ ਦਾਤ ਗਣੇਸ਼ ਦੇ ਹੱਥ ਦੇ ਵਿੱਚ ਹੈ, ਤੇ ਨਾ ਹੀ ਫਿਰ ਬੁੱਧੀ ਦੀ ਦਾਤ ਹੈ ਜਿਹੜੀ ਇਹ ਸਰਸਵਤੀ ਦੇ ਹੱਥ ਦੇ ਵਿੱਚ ਹੈ। ਆਪ ਜਾਪ ਸਾਹਿਬ ਦੀ ਬਾਣੀ ਪੜ੍ਹਦੇ ਹੋ, ਥੋੜਾ ਗਹੁ ਦੇ ਨਾਲ ਪੜ੍ਹਿਓ। ਦਸਵੇਂ ਪਾਤਸ਼ਾਹ ਦਾ ਫਰਮਾਨ ਆਉਂਦਾ ਹੈ, ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ। ਬ੍ਰਿਧ ਦਾ ਅਰਥ ਹੁੰਦਾ ਵਧਾਉਣ ਵਾਲਾ। ਸਿੱਧ ਦਾ ਭਾਵ ਜਿਹੜੀਆਂ ਸਾਡੇ ਕੋਲ ਸਿੱਧੀਆਂ ਨੇ, ਉਹ ਬੁੱਧ ਦਾ, ਤੇ ਬੁੱਧੀ ਬ੍ਰਿਧ ਕਰਤਾ, ਉਹ ਪਰਮਾਤਮਾ ਇਹਨਾਂ ਦੋਵਾਂ ਨੂੰ ਵਧਾਉਣ ਵਾਲਾ ਹੈ। ਕੋਈ ਪ੍ਰਾਣੀ ਨਹੀਂ ਵਧਾ ਸਕਦਾ, ਕੋਈ ਦੇਵਤਾ ਵੀ ਨਹੀਂ ਵਧਾ ਸਕਦਾ। ਇਹਨਾਂ ਦੋਵਾਂ ਨੂੰ ਵਧਾਉਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਪਰਮਾਤਮਾ ਵਾਹਿਗੁਰੂ ਆਪ ਵਧਾਉਂਦਾ ਇਹਨਾਂ ਨੂੰ। ਸੋ ਸਮਾਂ ਆ ਗਿਆ ਗੁਰੂ ਨਾਨਕ ਦੇਵ ਜੀ ਦਾ। ਗੁਰੂ ਨਾਨਕ ਦੇਵ ਜੀ ਨੇ ਫਿਰ ਸਾਨੂੰ ਦੱਸਿਆ
ਭਾਈ ਸਿੱਧੀ ਦੇਣ ਵਾਲਾ ਤੇ ਬੁੱਧੀ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਜੇ ਉਸ ਦੀ ਰਹਿਮਤ ਕਿਰਪਾ ਹੋ ਜਾਵੇ, ਉਸ ਦਾ ਮੰਗਲਾਚਰਨ ਕਰੀਏ ਤੇ ਉਸ ਦਾ ਮੰਗਲਾਚਰਨ ਕਰਿਆ ਸਾਨੂੰ ਦੋਵੇਂ ਦਾਤਾਂ ਹੀ ਪ੍ਰਾਪਤ ਹੋ ਜਾਂਦੀਆਂ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਫਿਰ ਮੰਗਲਾਚਰਨ ਦਿੱਤਾ। ਵੈਸੇ ਸੰਪੂਰਨ ਗੁਰਬਾਣੀ ਜਿਹੜੀ ਇਹ ਮੰਗਲਾਚਰਨ ਹੈ, ਸੰਪੂਰਨ ਗੁਰਬਾਣੀ ਹੈ ਜਿਹੜੀ ਇਹ ਸ਼ਬਦ ਸਰੂਪ ਹੈ, ਸੰਪੂਰਨ ਗੁਰਬਾਣੀ ਮੰਤਰ ਰੂਪ ਹੈ। ਅਸੀਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਮੰਗਲਾਚਰਨ ਕਰ ਸਕਦੇ ਹਾਂ। ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹ ਕੇ ਅਸੀਂ ਉਸ ਤੋਂ ਉਪਦੇਸ਼ ਲੈ ਸਕਦੇ ਹਾਂ। ਗੁਰਬਾਣੀ ਹੈ ਜਿਹੜੀ, ਇਹਦਾ ਸ਼ਬਦ ਪੜ੍ਹ ਕੇ ਅਸੀਂ ਆਪਣੇ ਦੁੱਖ ਦੀ ਨਿਵਰਤੀ ਵੀ ਕਰ ਸਕਦੇ ਹਾਂ। ਗੁਰਬਾਣੀ ਸ਼ਬਦ ਰੂਪ ਹੈ, ਉਪਦੇਸ਼ ਦਿੰਦੀ ਹੈ। ਗੁਰਬਾਣੀ ਮੰਗਲਾਚਰਨ ਰੂਪ ਹੈ, ਸਿੱਧੀ ਤੇ ਬੁੱਧੀ ਦੀ ਦਾਤ ਦਿੰਦੀ ਹੈ। ਗੁਰਬਾਣੀ ਮੰਤਰ ਰੂਪ ਹੈ, ਸਾਡੇ ਦੁੱਖਾਂ ਦਾ ਨਾਸ਼ ਕਰਦੀ ਹੈ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਆਖਿਆ ਇੱਕ ਓੰਕਾਰ, ਉਹ ਅਦੁੱਤੀ ਬ੍ਰਹਮ ਹੈ ਜਿਹੜਾ, ਇਹ ਉਸ ਦਾ ਮੰਗਲਾਚਰਨ ਹੈ। ਗੁਰੂ ਨਾਨਕ ਦੇਵ ਜੀ ਨੇ ਇਹ ਮੰਗਲਾਚਰਨ ਉਚਾਰਨ ਕੀਤਾ। ਹੁਣ ਦਾਸ ਨੇ ਇਹ ਥੋੜ੍ਹਾ ਜਿਹਾ ਵਿਚਾਰ ਇਸ ਕਰਕੇ ਆਪ ਨਾਲ ਸਾਂਝਾ ਕੀਤਾ ਹੈ ਕਿ ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਵੀ ਇਹੀ ਖਿਆਲ ਹੈ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੇ ਅਸੀਂ ਇਕੱਲੀ ਗਊ ਕਰੀ ਜਾਵਾਂਗੇ ਨਾ, ਤੇ ਉਸ ਪਰਮਾਤਮਾ ਨੇ ਸਾਨੂੰ ਜੇ ਸਿੱਧੀ ਨਹੀਂ ਦਿੱਤੀ ਤੇ ਫਿਰ ਕਈ ਵਾਰੀ ਕੀਤੀ ਹੋਈ ਕਮਾਈ ਹੈ ਨਾ ਜਿਹੜੀ, ਉਹ ਐਵੇਂ ਚਲੀ ਜਾਂਦੀ ਹੈ। ਕਮਾਈ ਤਾਂ ਕਰ ਲਈਦੀ ਹੈ ਪਰ ਐਵੇਂ ਚਲੀ ਜਾਂਦੀ ਹੈ। ਕਿਉਂ ਚਲੀ ਜਾਂਦੀ ਹੈ? ਸਾਡੇ ਕੋਲ ਸਿੱਧੀ ਨਹੀਂ। ਪਹਿਲਾਂ ਮੈਂ ਆਪ ਜੀ ਨੂੰ ਥੋੜ੍ਹਾ ਜਿਹਾ ਸਮਝਾਉਣ ਦਾ ਯਤਨ ਕਰਾਂਗਾ ਸਿੱਧੀ ਕੀ ਹੈ। ਜਿਵੇਂ ਵੇਖੋ, ਇੱਕ ਗ੍ਰੰਥੀ ਸਿੰਘ ਪਾਠ ਕਰਦਾ ਹੈ ਨਾ, ਜੇ ਉਹਨੂੰ ਗੁਰੂ ਘਰ ਦੇ ਵੱਲੋਂ ਸਿੱਧੀ ਦੀ ਦਾਤ ਪ੍ਰਾਪਤ ਹੋ ਗਈ ਹੈ ਤੇ ਫਿਰ ਉਹਦੇ ਕੋਲੋਂ ਕੋਈ ਲੱਗ ਕੱਢਣਾ ਨਹੀਂ ਛੁੱਟਦਾ, ਤੁਕ ਵੀ ਨਹੀਂ ਛੁੱਟਦੀ, ਸ਼ਬਦ ਗਲਤ ਵੀ ਉਚਾਰਨ ਨਹੀਂ ਹੁੰਦਾ। ਜੇ ਉਹਨੂੰ ਸਿੱਧੀ ਦੀ ਦਾਤ ਪ੍ਰਾਪਤ ਨਹੀਂ ਹੈਗੀ ਤੇ ਫਿਰ ਉਹ ਭੁਲੱਕੜ ਜਿਹਾ ਬਣਿਆ ਰਹੇਗਾ, ਭੁੱਲਦਾ ਰਹੇਗਾ। ਕਦੀ ਕੋਈ ਤੁਕ ਛੁੱਟ ਗਈ, ਫਿਰ ਪੜ੍ਹ ਲਿਆ ਉਹਨੂੰ, ਕੋਈ ਸ਼ਬਦ ਹੈ ਜਿਹੜਾ ਉਹ ਗਲਤ ਉਚਾਰਨ ਹੋ ਗਿਆ, ਕੋਈ ਸ਼ਬਦ ਹੈ ਜਿਹੜਾ ਛੁੱਟ ਗਿਆ, ਲੱਕੜਨਾ ਛੁੱਟ ਗਿਆ, ਵਾਰੀ ਵਾਰੀ ਫਿਰ ਉਹਨੂੰ ਪੜ੍ਹਿਆ। ਇਹਨੂੰ ਸਿੱਧੀ ਦੀ ਦਾਤ ਨਹੀਂ ਪ੍ਰਾਪਤ। ਜੇ ਸਿੱਧੀ ਦੀ ਦਾਤ ਪ੍ਰਾਪਤ ਹੈ ਤੇ ਫਿਰ ਇਹ ਜਿਹੜਾ ਵਿਘਨ ਹੈ ਨਾ, ਇਹ ਨਹੀਂ ਪਏਗਾ। ਬੁੱਧੀ ਜਿਹੜੀ ਹੈ, ਬੁੱਧੀ ਦੇ ਨਾਲ ਅਸੀਂ ਵਿਦਿਆ ਪੜ੍ਹ ਸਕਦੇ ਹਾਂ। ਬੁੱਧੀ ਹੈ ਜਿਹੜੀ, ਇਹਦੇ ਨਾਲ ਅਸੀਂ ਵਿਦਿਆ ਪੜ੍ਹਦੇ ਹਾਂ। ਜਿਹੜਾ ਅੱਖਰੀ ਗਿਆਨ ਹੈ ਇਹ ਬੁੱਧੀ ਤੋਂ ਹੁੰਦਾ ਹੈ, ਤੇ ਜਿਹੜਾ ਅੱਖਰੀ ਗਿਆਨ ਨੂੰ ਅੱਗੇ ਸੰਗਤ ਦੇ ਵਿੱਚ ਪ੍ਰਸਾਰ ਕਰਨਾ ਹੈ, ਇਹ ਉਸ ਪ੍ਰਭੂ ਪਰਮਾਤਮਾ ਦੀ ਸਿੱਧੀ ਹੋਵੇ ਤੇ ਫਿਰ ਹੀ ਹੁੰਦਾ, ਨਹੀਂ ਤੇ ਭੁੱਲਦੇ ਰਹੀਦਾ ਹੈ। ਇਸੇ ਤਰ੍ਹਾਂ ਅਸੀਂ ਆਪਣੇ ਜੀਵਨ ਦੇ ਵਿੱਚ ਕਾਰੋਬਾਰ ਜੋ ਕਰਦੇ ਹਾਂ, ਜੇ ਸੱਚੇ ਸਤਿਗੁਰ ਦੇ ਦਰ ਤੋਂ ਸਾਨੂੰ ਸਿੱਧੀ ਦੀ ਦਾਤ ਪ੍ਰਾਪਤ ਹੈ ਨਾ, ਫਿਰ ਗੁਰੂ ਕਿਰਪਾ ਕਰੇਗਾ। ਅਸੀਂ ਜਿਹੜੇ ਕਾਰਜ ਨੂੰ ਸ਼ੁਰੂ ਕਰਾਂਗੇ ਨਾ, ਉਹਦੇ ਵਿੱਚ ਵਿਘਨ ਨਹੀਂ ਪਏਗਾ, ਬਿਲਕੁਲ ਸਿਰੇ ਲੱਗ ਜਾਏਗਾ। ਤੇ ਜੇ ਸਾਨੂੰ ਉਸ ਪਰਮਾਤਮਾ ਦੇ ਦਰ ਤੋਂ ਸਿੱਧੀ ਦੀ ਦਾਤ ਪ੍ਰਾਪਤ ਨਹੀਂ, ਫਿਰ ਘਰੋਂ ਜਾਈਦਾ ਕਣਕ ਬੀਜਣ, ਉੱਥੇ ਜਾ ਕੇ ਜਾਂ ਟਰੈਕਟਰ ਦਾ ਕੁਝ ਖਰਾਬ ਹੋ ਜਾਂਦਾ ਜਾਂ ਮਸ਼ੀਨ ਦਾ ਕੁਝ ਖਰਾਬ ਹੋ ਜਾਂਦਾ ਹੈ। ਇਹ ਸਿੱਧੀ ਨਹੀਂ ਹੈਗੀ। ਬੁੱਧੀ ਹੈਗੀ, ਇਹ ਸਾਨੂੰ ਕੇਰਨੀ ਆਉਂਦੀ ਹੈ, ਟਰੈਕਟਰ ਵੀ ਚਲਾਉਣਾ ਆਉਂਦਾ ਹੈ, ਮਸ਼ੀਨ ਦਾ ਵੀ ਸਾਰਾ ਪਤਾ ਹੈ, ਪਰ ਹੁਣ ਵਿਘਨ ਪੈ ਗਿਆ। ਵਿਘਨ ਕਿਉਂ ਪੈ ਗਿਆ? ਸਾਡੇ ਕੋਲ ਸਿੱਧੀ ਦੀ ਦਾਤ ਗੁਰੂ ਦਰ ਤੋਂ ਪ੍ਰਾਪਤ ਨਹੀਂ। ਤੇ ਫਿਰ ਸਿੱਧੀ ਦੀ ਦਾਤ ਪ੍ਰਾਪਤ ਕਿਵੇਂ ਹੋਵੇ? ਜੇ ਉਸ ਪਰਮਾਤਮਾ ਤੋਂ ਉਸ ਦਾ ਨਾਮ ਜਪ ਕੇ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਕੇ ਅਸੀਂ ਮੰਗਾਂਗੇ ਤੇ ਫਿਰ ਉਹ ਸਾਨੂੰ ਦੇਵੇਗਾ। ਗਹੁ ਕਰ ਪਕੜੀ ਨਾ ਆਈ ਹਾਥ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਅਸੀਂ ਕਿੰਨੀ ਵੀ ਗਹੁ ਕਰਕੇ ਮਾਇਆ ਨੂੰ ਪਕੜ ਲਈਏ, ਜੇ ਉਹ ਸੱਚੇ ਸਤਿਗੁਰ ਦੇ ਦਰ ਤੋਂ ਸਿੱਧੀ ਤੇ ਬੁੱਧੀ ਦੀ ਦਾਤ ਪ੍ਰਾਪਤ ਨਹੀਂ ਹੈਗੀ ਨਾ, ਫਿਰ ਇਹ ਸਾਡੇ ਹੱਥ ਨਹੀਂ ਆਵੇਗੀ ਜੀ। ਪ੍ਰੀਤ ਕਰੀ ਚਾਂਦੀ ਨਹੀਂ ਸਾਥ। ਇਹ ਪ੍ਰੇਮ ਦੇ ਨਾਲ ਵੀ ਸਾਡੀ ਜੇਬ ਦੇ ਵਿੱਚ ਨਹੀਂ ਜੇ ਟਿਕ ਕੇ ਰਹਿੰਦੀ। ਜੇ ਕਿੰਨਾ ਵੀ ਪ੍ਰੇਮ ਕਰ ਲਈਏ ਨਾ, ਇਹ ਪ੍ਰੇਮ ਦੇ ਨਾਲ ਵੀ ਸਾਡੀ ਜੇਬ ਦੇ ਵਿੱਚ ਟਿਕ ਕੇ ਨਹੀਂ ਰਹਿੰਦੀ। ਇੱਕ ਨਿੱਕੀ ਜੀ ਸਾਖੀ ਮੈਂ ਆਪ ਜੀ ਦੇ ਨਾਲ ਸਾਂਝੀ ਕਰਦਾ, ਉਹਦੇ ਨਾਲ ਆਪ ਜੀ ਨੂੰ ਸ਼ਾਇਦ ਥੋੜ੍ਹੀ ਜ਼ਿਆਦਾ ਸਮਝ ਆ ਜਾਵੇ। ਇੱਕ ਗੁਰਮੁਖ ਪਰਿਵਾਰ ਸੀ ਤੇ ਉਦੋਂ ਜਿਹੜਾ ਸਮਾਂ ਸੀ ਨਾ, ਉਹ ਇਸ ਤਰ੍ਹਾਂ ਦਾ ਸਮਾਂ ਸੀ, ਜਿਹੜੇ ਬੱਚੇ ਦੇ ਕਾਰਜ ਹੁੰਦੇ ਸਨ, ਇਹ ਨਾਈ ਲੋਕ ਜ਼ਿਆਦਾ ਕਰਦੇ ਸਨ। ਪਿੰਡਾਂ ਦੇ ਵਿੱਚ ਸਾਡੇ ਨਾਈ ਹੁੰਦੇ ਸਨ, ਇਹਨਾਂ ਨੂੰ ਨਾ ਜ਼ਿਆਦਾ ਰਾਜੇ ਆਖਿਆ ਜਾਂਦਾ ਹੈ, ਨਾਈ ਨਹੀਂ ਆਖਿਆ ਜਾਂਦਾ। ਇਹ ਰਾਜੇ ਨੇ, ਭਾਵ ਸਾਡੇ ਰਾਜੇ ਨੇ, ਇਹ ਰੱਜੇ ਹੋਏ ਨੇ।
ਜਿਤਨੇ ਵੀ ਜ਼ਿਮੀਂਦਾਰਾਂ ਦੇ ਇੱਕ ਪਿੰਡ ਦੇ ਵਿੱਚ ਘਰ ਹੁੰਦੇ ਸਨ, ਉਹਨਾਂ ਸਾਰਿਆਂ ਦੇ ਇਹਨਾਂ ਨੂੰ ਮਾਲਕ ਮੰਨਿਆ ਜਾਂਦਾ ਸੀ। ਜਿਸ ਦੇ ਘਰੋਂ ਜੋ ਚੀਜ਼ ਮਰਜ਼ੀ ਲੈ ਲਵੇ ਰਾਜੇ ਦੀ ਤਰ੍ਹਾਂ ਇਹਨੂੰ ਦੇਣਾ ਪੈਂਦਾ ਸੀ, ਕਿਉਂਕਿ ਇਹਨਾਂ ਨੇ ਸਾਡੇ ਬੱਚੇ ਦੇ ਕਾਰਜ ਕਰਨੇ ਹੁੰਦੇ ਸੀ, ਸਾਡੇ ਵਿਆਹਾਂ ਦੇ ਵਿੱਚ ਇਹਨਾਂ ਨੇ ਹੱਥ ਵਡਾਉਣਾ ਹੁੰਦਾ ਸੀ। ਇਸ ਕਰਕੇ ਇਹਨਾਂ ਨੂੰ ਅਸੀਂ ਨਾ ਨਹੀਂ ਸਾਂ ਕਰਦੇ। ਹੌਲੀ ਹੌਲੀ ਭਈ ਇਹ ਵੀ ਪਲੀਤ ਹੁੰਦੇ ਗਏ ਅਤੇ ਅਸੀਂ ਵੀ ਇਹਨਾਂ ਵੱਲੋਂ ਨੱਕ ਮੋੜਦੇ ਗਏ। ਇਹ ਸਮਾਂ ਹੈ ਜਿਹੜਾ ਬਦਲਦਾ ਗਿਆ, ਜ਼ਮਾਨਾ ਬਦਲਦਾ ਗਿਆ, ਪਰਿਵਰਤਨ ਹੁੰਦਾ ਰਿਹਾ। ਸੋ ਇਸ ਗੁਰਮੁਖ ਪਰਿਵਾਰ ਦੀ ਬੱਚੀ ਜਵਾਨ ਹੋ ਗਈ ਹੈ ਅਤੇ ਇਹਨਾਂ ਨੇ ਪਿੰਡ ਦੇ ਰਾਜੇ ਨੂੰ ਆਖਿਆ ਵੀ ਆਪਣੀ ਬੱਚੀ ਹੈ ਅਤੇ ਰਿਸ਼ਤਾ ਕਰਨਾ ਹੈ। ਇਹਨੇ ਪੁੱਛਿਆ, ਕਹਿੰਦਾ ਜਜਮਾਨ ਫਿਰ ਪਰਿਵਾਰ ਕਿਸ ਤਰ੍ਹਾਂ ਦਾ ਹੋਵੇ? ਕਹਿੰਦਾ ਇਹ ਤੂੰ ਇਸ ਤਰ੍ਹਾਂ ਕਰੀ, ਉਹਨਾਂ ਨੂੰ ਜਾ ਕੇ ਪੁੱਛ ਲਈ, ਜੇ ਉਹਨਾਂ ਦੇ ਘਰੇ 100 ਰੁਪਈਆ ਹੋਵੇ ਨਾ ਤੇ ਉਧਰ ਰਿਸ਼ਤਾ ਕਰ ਆਵੀਂ। ਇਹ ਕਹਿੰਦਾ ਜੀ ਠੀਕ ਹੈ। ਇਹ ਹੁਣ ਗਿਆ ਏ ਕਿਉਂਕਿ ਇਹਨਾਂ ਨੂੰ ਸੋਝੀ ਹੁੰਦੀ ਸੀ ਫਲਾਣੇ ਪਿੰਡ ਇਸ ਤਰ੍ਹਾਂ ਦਾ ਕੋਈ ਬੱਚਾ ਹੈਗਾ ਜਵਾਨ। ਜਾ ਕੇ ਇਹਨੇ ਨਾ ਉਸ ਪਿੰਡ ਦੇ ਵਿੱਚ ਪੁੱਛਿਆ ਭਈ ਇਸ ਤਰ੍ਹਾਂ ਮੈਂ ਰਿਸ਼ਤਾ ਕਰਨਾ ਹੈ, ਤੇ ਕਿਸੇ ਨੇ ਦੱਸ ਪਾਤੀ ਵੀ ਫਲਾਣਾ ਘਰ ਏ, ਉਹ ਚੰਗਾ ਖਾਂਦਾ ਪੀਂਦਾ ਤੇ ਤੂੰ ਉਧਰ ਪਤਾ ਕਰ ਲੈ। ਉਧਰ ਗਿਆ ਏ, ਜਲ ਪਾਣੀ ਉਹਨਾਂ ਨੇ ਛਕਾਇਆ, ਪਤਾ ਸੀ ਵੀ ਰਾਜਾ ਆਇਆ ਤੇ ਕਿਸੇ ਕਾਰਜ ਹੀ ਆਇਆ, ਐਵੇਂ ਤਾਂ ਆਇਆ ਹੀ ਨਹੀਂ। ਚੰਗੀ ਸੇਵਾ ਕੀਤੀ, ਇਹਨੇ ਗੱਲ ਤੋਰੀਏ। ਗੱਲ ਤੋਰਦਿਆਂ ਨੇ ਦੱਸ ਦਿੱਤਾ ਵੀ ਮੈਨੂੰ ਬੱਚੀ ਦੇ ਪਰਿਵਾਰ ਦੇ ਵੱਲੋਂ ਇਹ ਹੁਕਮ ਹੋਇਆ ਹੈ ਵੀ ਜੇ 100 ਰੁਪਈਆ ਵਿਖਾ ਦੇਣ ਤੇ ਫਿਰ ਰਿਸ਼ਤਾ ਕਰ ਦੇਣਾ, ਨਹੀਂ ਤਾਂ ਨਹੀਂ ਕਰਨਾ। ਇਹ ਕਹਿੰਦੇ ਜੀ 100 ਰੁਪਈਆ ਤਾਂ ਸਾਡੇ ਨਹੀਂ ਹੈਗਾ, 80 ਰੁਪਈਏ ਹੈਗੇ ਨੇ। ਇਹ ਕਹਿੰਦਾ ਵੀ ਮੇਰਾ ਧਰਮ ਹੈ, ਮੈਨੂੰ ਜੋ ਉਹਨਾਂ ਨੇ ਆਖਿਆ ਨਾ ਮੈਂ ਉਹ ਮੰਨਣਾ ਹੈ। ਤੁਸੀਂ 20 ਰੁਪਈਏ ਕਿਸੇ ਤੋਂ ਮੰਗ ਲਿਓ, ਮੈਨੂੰ 100 ਵਿਖਾ ਦਿਓ। ਘਰ ਵੀ ਪਸੰਦ ਹੈ ਤੇ ਮੁੰਡਾ ਵੀ ਮੈਨੂੰ ਪਸੰਦ ਹੈ। ਇਹਨਾਂ ਨੇ ਅੱਗੋਂ ਕਹਿ ਦਿੱਤਾ ਪਿੰਡ 'ਚੋਂ ਸਾਨੂੰ ਕੋਈ 20 ਰੁਪਈਏ ਨਹੀਂ ਦਿੰਦਾ। ਇਹ ਚੁੱਪ ਕਰ ਗਏ। ਫਿਰ ਇਹਨੇ ਆਖਿਆ ਵੀ ਕੋਈ ਹੋਰ ਘਰ ਥੋੜ੍ਹਾ ਜਿਹਾ ਹੋਰ ਅੱਗੇ ਗਿਆ ਤੇ ਕਿਸੇ ਨੇ ਦੱਸ ਪਾ ਦਿੱਤੀ ਹੈ, ਕਹਿੰਦੇ ਆਹ ਘਰ ਵੀ ਠੀਕ ਹੈ, ਸੋਹਣਾ ਗੁਜ਼ਾਰਾ ਚੱਲਦਾ ਇਹਨਾਂ ਦਾ, ਪਰ ਉਹਨਾਂ ਨਾਲੋਂ ਥੋੜ੍ਹੇ ਜਿਹੇ ਕਮਜ਼ੋਰ ਨੇ। ਉੱਧਰ ਗਿਆ ਹੈ ਤੇ ਉਹਨਾਂ ਨੇ ਵੀ ਸੇਵਾ ਪਾਣੀ ਕੀਤੀ ਹੈ। ਗੱਲਾਂ ਚੱਲਦਿਆਂ ਇਹਨੇ ਦੱਸ ਦਿੱਤਾ ਹੈ ਵੀ ਇਸ ਤਰ੍ਹਾਂ ਨਾ ਮੇਰੇ ਮਾਲਕ ਨੇ ਮੈਨੂੰ ਜਦੋਂ ਤੋਰਿਆ ਸੀਗਾ ਬੱਚੀ ਦਾ ਰਿਸ਼ਤਾ ਘਰ ਵੇਖਣ ਵਾਸਤੇ, ਤੇ ਮੈਨੂੰ ਇਹ ਆਖਿਆ ਸੀ ਵੀ ਜੇ ਤੈਨੂੰ 100 ਰੁਪਈਆ ਵਿਖਾਣ ਤੇ ਫਿਰ ਰਿਸ਼ਤਾ ਕਰੀ, ਨਹੀਂ ਤਾਂ ਕਰੀ ਨਾ। ਤੇ ਤੁਸੀਂ ਮੈਨੂੰ 100 ਰੁਪਈਆ ਵਿਖਾ ਦਿਓ ਤੇ ਮੈਂ ਰਿਸ਼ਤਾ ਕਰ ਦਿੰਦਾ। ਇਹ ਕਹਿੰਦੇ ਜੀ ਸਾਡੇ ਘਰੇ 20 ਰੁਪਈਏ ਨੇ, ਜੇ ਤੂੰ ਆਖੇ ਤੇ ਤੈਨੂੰ 80 ਰੁਪਈਏ ਅਸੀਂ ਪਿੰਡ 'ਚੋਂ ਲਿਆ ਕੇ ਦੇ ਦਿੰਦੇ ਹਾਂ। ਇਹ ਆਖਣ ਲੱਗਾ ਵੀ ਠੀਕ ਹੈ, ਤੁਸੀਂ 80 ਰੁਪਈਏ ਪਿੰਡ 'ਚੋਂ ਲਿਆ ਕੇ ਮੈਨੂੰ 100 ਰੁਪਈਆ ਕਰਕੇ ਵਿਖਾ ਦਿਓ ਤੇ ਮੈਂ ਰਿਸ਼ਤਾ ਕਰ ਦਿਆਂਗਾ। ਇਹਨੇ ਰਿਸ਼ਤਾ ਕਰ ਦਿੱਤਾ ਹੈ। ਵਾਪਸ ਆ ਗਏ ਬੱਚੀ ਦੇ ਪਿਤਾ ਦੇ ਪਾਸ। ਉੱਥੇ ਜਦੋਂ ਆਇਆ ਏ ਤੇ ਆਣ ਕੇ ਉਹਨੂੰ ਦੋਵੇਂ ਗੱਲਾਂ ਦੱਸ ਦਿੱਤੀਆਂ ਨੇ। ਕਹਿੰਦਾ ਜੀ ਇੱਕ ਦੇ ਘਰੇ 80 ਰੁਪਈਏ ਸੀ ਤੇ 20 ਰੁਪਈਏ ਉਹਨੂੰ ਪਿੰਡ 'ਚੋਂ ਮੰਗਵੇ ਨਹੀਂ ਮਿਲੇ। ਇੱਕ ਦੇ ਘਰੇ 20 ਰੁਪਈਏ ਸੀ ਤੇ ਉਹਨੂੰ 80 ਰੁਪਈਏ ਪਿੰਡ 'ਚੋਂ ਮਿਲ ਗਏ ਨੇ। ਮੈਂ ਤਾਂ ਫਿਰ 20 ਵਾਲਿਆਂ ਨੂੰ ਕਰ ਆਇਆ। ਇਹਨੇ ਆਖਿਆ ਵੀ ਇਹ ਤਾਂ ਤੂੰ ਕੰਮ ਗਲਤ ਕਰ ਦਿੱਤਾ ਯਾਰ, ਇਹਦੋਂ ਤਾਂ ਤੂੰ 80 ਵਾਲਿਆਂ ਨੂੰ ਕਰ ਦਿੰਦਾ। ਇਹਨੇ ਫਿਰ ਰਾਜੇ ਨੇ ਆਖਿਆ ਜੀ ਉਹਨਾਂ ਦੇ ਘਰੇ ਸਿੱਧੀ ਨਹੀਂ ਹੈਗੀ, ਇਹਨੂੰ ਸਿੱਧੀ ਆਖਦੇ ਨੇ। ਉਹਨਾਂ ਦੇ ਘਰੇ ਸਿੱਧੀ ਨਹੀਂ ਹੈਗੀ, ਉਹਨਾਂ ਦਾ ਕੋਈ ਕੰਮ ਵੀ ਸਿੱਧਾ ਨਹੀਂ ਹੋ ਪੈਂਦਾ। ਜਦੋਂ ਉਹਨਾਂ ਨੂੰ ਕੋਈ 20 ਰੁਪਈਏ ਪਿੰਡ 'ਚੋਂ ਮੰਗਵੇ ਨਹੀਂ ਦਿੰਦਾ ਤੇ 80 ਰੁਪਈਏ ਜੇ ਕੰਮ ਹੀ 150-200 ਦਾ ਹੋ ਗਿਆ ਤੇ ਫਿਰ ਤਾਂ ਉਹਨਾਂ ਦਾ ਕੰਮ ਨਹੀਂ ਹੋਏਗਾ, ਅੜ ਗਿਆ, ਕੰਮ ਰੁਕ ਗਿਆ। ਇਹ 20 ਰੁਪਈਏ ਨੇ, ਇਹਨਾਂ ਨੂੰ 80 ਮਿਲ ਗਏ ਤੇ ਜੇ ਇਹਨਾਂ ਦਾ ਕੰਮ ਹੋਏਗਾ ਤੇ ਇਹਨਾਂ ਨੂੰ 150-200 ਵੀ ਮਿਲ ਸਕਦਾ, ਕਿਉਂਕਿ ਇਹਨਾਂ ਦੇ ਘਰੇ ਸਿੱਧੀ ਹੈ। ਇਹਨੂੰ ਸਿੱਧੀ ਆਖਦੇ ਨੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਸਾਡੇ ਕੋਲ ਸਿੱਧੀ ਨਾ ਹੋਵੇ, ਕਹੋ ਕਰ ਪਕੜੀ ਨਾ ਆਈ ਰੁਕੇਗੀ ਜਿੱਥੇ ਸਿੱਧੀ ਹੈ। ਤੇ ਸਿੱਧੀ ਉੱਥੇ ਹੁੰਦੀ ਹੈ ਜਿੱਥੇ ਇੱਕ ਓਮਕਾਰ ਦਾ ਜਾਪ ਹੁੰਦਾ ਹੈ। ਦਾਸ ਨੇ ਪਹਿਲੂ ਦੱਸ ਦਿੱਤਾ ਸੀ, ਪਹਿਲੂ ਸਿੱਧੀ ਦੀ ਪ੍ਰਾਪਤੀ ਦੇ ਲਈ ਗਣੇਸ਼ ਦਾ ਮੰਗਲਾਚਰਨ ਕੀਤਾ ਜਾਂਦਾ, ਬੁੱਧੀ ਦੀ ਪ੍ਰਾਪਤੀ ਦੇ ਲਈ ਸਰਸਵਤੀ ਦਾ। ਤੇ ਗੁਰੂ ਮਹਾਰਾਜ ਜੀ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ, ਇਹਦੇ 'ਚ ਸਿੱਧੀ ਤੇ ਬੁੱਧੀ ਦੋਵੇਂ ਆ ਜਾਂਦੀਆਂ ਨੇ। ਦੱਸ ਰਹੇ ਨੇ ਸਾਨੂੰ 10ਵੇਂ ਪਾਤਸ਼ਾਹ ਜਾਪ ਸਾਹਿਬ ਦੀ ਬਾਣੀ ਦੇ ਅੰਦਰ, ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ। ਜ਼ਰੂਰ ਇੱਥੇ ਖੜੇ ਹੋ ਤੇ ਸੋਚਿਓ ਵਿਚਾਰਿਓ। ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ। ਜਿਹਨੂੰ ਸੱਚੇ ਸਤਿਗੁਰ ਦੇ ਦਰ ਤੋਂ ਸਿੱਧੀ ਤੇ ਬੁੱਧੀ ਦੀ ਪ੍ਰਾਪਤੀ ਹੋ ਜਾਂਦੀ ਨਾ, ਉਹ 1 ਤੋਂ ਫਿਰ 20 ਬਣਾ ਲੈਂਦਾ ਹੈ, 20 ਤੋਂ 80 ਕਰ ਲੈਂਦਾ ਹੈ।
ਤੇ ਜਿਹਨੂੰ ਸਿੱਧੀ ਤੇ ਬੁੱਧੀ ਦੀ ਦਾਤ ਪ੍ਰਾਪਤ ਨਹੀਂ ਹੈਗੀ, ਉਹ 80 ਵਾਲਾ ਵੀ ਕਿਸੇ ਦਿਨ 20 ਤੇ ਵੀ ਨਹੀਂ ਰਹੇਗਾ, ਇਦੋਂ ਵੀ ਥੱਲੇ ਚਲਾ ਜਾਏਗਾ। ਇਹ ਦਾਤ ਹੈ ਜਿਹੜੀ, ਇਹ ਵਾਹਿਗੁਰੂ ਗੁਰਮੰਤਰ ਦੇ ਵਿੱਚ ਹੈ। ਜਦੋਂ ਗੁਰੂ ਮਹਾਰਾਜ ਜੀ ਕਿਰਪਾ ਕਰਨ, ਨਾਮ ਦੇ ਨਾਲ ਜੋੜਨ ਤੇ ਫਿਰ ਇਹ ਦਾਤਾਂ ਪ੍ਰਾਪਤ ਹੁੰਦੀਆਂ ਨੇ। ਸੋ ਧੰਨ ਗੁਰੂ ਅਰਜਨ ਦੇਵ ਜੀ ਅੱਜ ਦੇ ਪਾਵਨ ਸ਼ਬਦ ਅੰਦਰ ਸਾਨੂੰ ਦੱਸਦੇ ਨੇ, ਕੱਲੀ ਗਊ ਕਰਨ ਦੇ ਨਾਲ ਇਹ ਹੱਥ ਦੇ ਵਿੱਚ ਨਹੀਂ ਆਉਂਦੀ। ਪ੍ਰੀਤ ਕਰੀ ਚਾਲੀ ਨਹੀਂ ਸਾਥ। ਜੇ ਅਸੀਂ ਇਹਨੂੰ ਪੂਜਾ ਵੀ ਕਰਾਂਗੇ ਨਾ, ਇਹਦੀ ਪਿਆਰ ਕਰਕੇ, ਇਹਨੂੰ ਧੋ ਕੇ ਵੀ ਰੱਖਾਂਗੇ, ਧੂਪ ਬੱਤੀ ਦੇ ਕੇ ਵੀ, ਲਗਾ ਕੇ ਵੀ ਰੱਖਾਂਗੇ, ਤੇ ਫਿਰ ਵੀ ਇਹ ਸਿੱਧੀ ਤੇ ਬੁੱਧੀ ਤੋਂ ਬਿਨਾਂ ਸਾਡੇ ਨਾਲ ਨਹੀਂ ਤੁਰੇਗੀ। ਕਹੋ ਨਾਨਕ ਜੋ ਤਿਆਗ ਦਈ। ਹੁਣ ਗੁਰੂ ਅਰਜਨ ਦੇਵ ਜੀ ਰਹਿਮਤ ਕਰਦੇ ਨੇ, ਪਹਿਲੋਂ ਇਹਨੂੰ ਛੱਡੀਏ ਤੇ ਰੱਬ ਨੂੰ ਪਕੜੀਏ। ਨਾਲ ਦੀ ਨਾਲ ਸਮਝੀ ਜਾਣਾ ਹੈ। ਕਹੋ ਨਾਨਕ, ਗੁਰੂ ਨਾਨਕ ਦੇਵ ਜੀ ਸਾਨੂੰ ਦੱਸਦੇ ਨੇ, ਜੋ ਤਿਆਗ ਦੀ ਇਹਨੂੰ ਛੱਡ। ਜਦੋਂ ਇਹਨੂੰ ਤਿਆਗ ਕੇ ਤੇ ਫਿਰ ਪਕੜਨਾ ਕੀ ਹੈ? ਵਾਹਿਗੁਰੂ ਗੁਰਮੰਤਰ ਨੂੰ। ਵਾਹਿਗੁਰੂ ਗੁਰਮੰਤਰ ਨੂੰ, ਗੁਰੂ ਦੀ ਬਾਣੀ ਨੂੰ ਜੁੜਨਾ ਕਰ। ਤਉ ਚਰਨੀ ਆਏ ਪਈ। ਤੇ ਫਿਰ ਇਹ ਪੈਰਾਂ ਦੇ ਵਿੱਚ ਰੁਲਦੀ ਫਿਰੇਗੀ। ਮੈਂ ਕਹਿੰਦਾ ਸਮਝ ਆ ਗਈ ਹੋਣੀ ਹੈ, ਜੇ ਨਹੀਂ ਆਈ ਤੇ ਮੈਂ ਥੋੜੀ ਜਿਹੀ ਮਿਹਨਤ ਹੋਰ ਕਰ ਦਿੰਦਾ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਕੱਲੀ ਗਊ ਕਰਾਂਗੇ ਨਾ ਤੇ ਫਿਰ ਮਾਇਆ ਨਹੀਂ ਜੇ ਜੇਬ 'ਚ ਰਹਿਣੀ। ਜਿਹਨੂੰ ਪਿਆਰ ਕਰਾਂਗੇ ਤੇ ਫਿਰ ਵੀ ਇਹ ਕੋ ਨਹੀਂ ਰੁਕਣੀ। ਕੱਲੇ ਉਦਮ ਦੇ ਨਾਲ ਵੀ, ਗਊ ਦਾ ਅਰਥ ਉਦਮ ਵੀ ਹੈ, ਕੱਲੇ ਉਦਮ ਦੇ ਨਾਲ ਵੀ ਮਾਇਆ ਨਹੀਂ ਜੇਬ 'ਚ ਰੁਕਦੀ। ਕੱਲੇ ਪਿਆਰ ਦੇ ਨਾਲ ਵੀ ਮਾਇਆ ਜੇਬ 'ਚ ਨਹੀਂ ਰੁਕਦੀ। ਫਿਰ ਰੁਕਦੀ ਕਿਵੇਂ ਹੈ? ਮਾਇਆ ਨੂੰ ਛੱਡੀਏ ਅਸੀਂ ਤੇ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੀਏ, ਨਾਮ ਸਿਮਰੀਏ। ਫਿਰ ਗੁਰੂ ਕਿਰਪਾ ਕਰੇਗਾ, ਬਰਕਤਾਂ ਪੈਣਗੀਆਂ। ਸਿੱਧੀ ਤੇ ਬੁੱਧੀ, ਇਹਦਾ ਦੋਵਾਂ ਦਾ ਸੁਮੇਲ ਬਰਕਤ ਬਣਦਾ ਹੈ। ਜਿਹੜੇ ਗੁਰਮੁਖ ਪਿਆਰੇ ਦੇ ਅੰਦਰ ਸੱਚੇ ਸਤਿਗੁਰ ਦੁਆਰਾ ਸਿੱਧੀ ਤੇ ਬੁੱਧੀ ਦੀ ਦਾਤ ਆ ਜਾਵੇ, ਫਿਰ ਉਹਦੇ ਕੋਲੇ ਬਰਕਤ ਹੋ ਜਾਂਦੀ ਹੈ। ਉਹਨੂੰ ਗੁਰੂ ਬਰਕਤ ਦੇ ਦਿੰਦਾ ਹੈ। ਜਦੋਂ ਇਹਨੂੰ ਛੱਡ ਕੇ ਗੁਰੂ ਦੇ ਸ਼ਬਦ ਨੂੰ ਜੁੜਾਂਗੇ, ਤਬ ਉਹ ਚਰਨੀ ਆਏ ਪਈ। ਫਿਰ ਇਹ ਭਾਈ ਪੈਰਾਂ ਦੇ ਵਿੱਚ ਰੁਲਦੀ ਫਿਰਦੀ ਹੈ ਜੀ। ਸੁਣ ਸੰਤ ਹੋ ਨਿਰਮਲ ਵਿਚਾਰ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਇਹ ਸਤ ਸੰਗਿਓ, ਸੰਤ ਸਰੂਪ ਗੁਰਮੁਖ ਪਿਆਰਿਓ, ਇਹ ਵੇਖੋ ਕਿੰਨਾ ਸੋਹਣਾ ਪਵਿੱਤਰ ਵਿਚਾਰ ਧੰਨ ਗੁਰੂ ਅਰਜਨ ਦੇਵ ਜੀ ਬਖਸ਼ ਰਹੇ ਹਨ। ਰਾਮ ਨਾਮ ਬਿਨ ਗਤ ਨਹੀਂ ਕਾਈ, ਗੁਰ ਪੂਰਾ ਭੇਟਤ ਉਧਾਰ। ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡੀ ਗਤੀ ਕੋਈ ਨਹੀਂ ਹੈਗੀ। ਇੱਥੇ ਗਤ ਦਾ ਅਰਥ ਹੈ, ਇੱਕ ਗਤ ਦਾ ਅਰਥ ਹੁੰਦਾ ਹੈ ਮੁਕਤੀ ਕਰਨਾ, ਇੱਕ ਗਤ ਦਾ ਅਰਥ ਹੁੰਦਾ ਹੈ ਚੱਲਣਾ, ਇੱਕ ਗਤ ਦਾ ਅਰਥ ਸਾਡਾ ਸਰੀਰ ਵੀ ਹੈ। ਇਹਨੂੰ ਵੀ ਗਾਤ ਆਖੀਏ। ਸਵਈਆਂ ਦੇ ਵਿੱਚ ਅੱਗੇ ਸਵਈਏ ਆਉਣਗੇ ਭੱਟਾਂ ਦੇ, ਉੱਥੇ ਗਾਤ ਸਰੀਰ ਨੂੰ ਵੀ ਆਖੇ ਗਤ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰ ਕਿਰਪਾ ਕਰਦੇ ਨੇ। ਉਸ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਸਾਡੀ ਗਤੀ ਕੋਈ ਨਹੀਂ। ਅਸੀਂ ਇੱਥੇ ਰਹਿੰਦੇ ਹਾਂ ਨਾ, ਇੱਥੇ ਵੀ ਸਾਡੀ ਦੁਰਗਤੀ ਹੋ ਕੇ ਰਹਿ ਸਕਦੇ ਹਾਂ ਅਸੀਂ। ਇੱਕ ਦੁਰਗਤੀ ਦੇ ਨਾਲ ਜਿਉਣਾ ਤੇ ਇੱਕ ਗਤੀ ਦੇ ਨਾਲ ਜਿਉਣਾ। ਗਤੀ ਦੇ ਨਾਲ ਇਹ ਜਿਉਣਾ ਹੈ, ਸੁਖ ਦੇ ਵਿੱਚ ਜਿਉਣਾ, ਤੇ ਦੁਰਗਤੀ ਦੇ ਨਾਲ ਇਹ ਜਿਉਣਾ ਹੈ ਚਾਰੇ ਪਾਸੇ ਦੁਰੇ ਹੁੰਦੀ ਰਵੇ। ਜਦੋਂ ਕੋਈ ਸਾਨੂੰ ਵੇਖ ਕੇ ਪਾਸੇ ਹੋ ਜੇ ਨਾ, ਵੀ ਇਸ ਨਕੰਮੇ ਦੇ ਮੱਥੇ ਕੀ ਲੱਗਣਾ ਹੈ, ਇਸ ਨੂੰ ਬੁਲਾਣਾ ਕੀ, ਤੇ ਉਹ ਫਿਰ ਸਾਡਾ ਜਿਉਣਾ ਹੈ ਨਾ, ਉਹਨੂੰ ਦੁਰਗਤੀ ਆਖਿਆ। ਮੇਰੇ ਖਿਆਲ ਗੱਲ ਸਮਝ ਆ ਗਈ ਹੋਣੀ। ਮੈਨੂੰ ਨਾ ਕੋਈ ਸ਼ਬਦ ਨਹੀਂ ਲੱਭਦਾ ਵੀ ਮੈਂ ਆਪ ਜੀ ਨੂੰ ਉਸ ਦੇ ਨਾਲ ਹੋਰ ਸਮਝਾਣਾ ਕਰਾਂ। ਜਿਵੇਂ ਕੋਈ ਜਿਉ ਰਿਹਾ ਹੈ ਤੇ ਅਸੀਂ ਕਈ ਵਾਰੀ ਵੇਖ ਰਹੇ ਹਾਂ ਇਹ ਤਾਂ ਬੜਾ ਦੁਰਗਤੀ ਦੇ ਵਿੱਚ ਇਹ ਵਿਚਾਰਾ, ਕਹਿ ਦਿੰਦੇ ਹਾਂ, ਕਿਉਂਕਿ ਉਹਦੀ ਬੜੀ ਬੁਰੀ ਹਾਲਤ ਹੁੰਦੀ ਏ। ਜਿਹੜੀ ਬੜੀ ਬੁਰੀ ਹਾਲਤ ਹੈ ਨਾ, ਉਹਨੂੰ ਦੁਰਗਤੀ ਆਖਦੇ ਨੇ। ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਾ ਸਾਡੀ ਇੱਥੇ ਗਤੀ ਕੋਈ ਨਹੀਂ, ਦੁਰਗਤੀ ਹੈ, ਬੜਾ ਬੁਰਾ ਹਾਲ ਹੈ। ਤੇ ਉਸ ਪ੍ਰਭੂ ਪਰਮਾਤਮਾ ਦਾ ਨਾਮ ਸੱਚੇ ਸਤਿਗੁਰ ਦਾ, ਇਹ ਸਾਡੇ ਤੇ ਰਹਿਮਤਾਂ ਕਰਦਾ। ਗੁਰ ਪੂਰਾ ਭੇਟਤ ਉਧਾਰ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜੇ ਪੂਰੇ ਗੁਰੂ ਨੂੰ ਅਸੀਂ ਪ੍ਰਾਪਤ ਕਰਾਂਗੇ ਤੇ ਫਿਰ ਸਾਡੀ ਗਤੀ ਹੋਏਗੀ, ਸਾਡਾ ਜਿਉਣਾ ਸੁਖ ਵਾਲਾ ਹੋਏਗਾ, ਰਹਿਮਤਾਂ ਹੋਣਗੀਆਂ ਜੀ। ਰਹਾਉ ਜਬ ਉਸ ਕਉ ਕੋਈ ਦੇਵੈ ਮਾਨ। ਅੱਗੇ ਵਿਸ਼ਰਾਮ ਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਦੋਂ ਕੋਈ ਇਸ ਮਾਇਆ ਨੂੰ ਜ਼ਿਆਦਾ ਸਤਿਕਾਰ ਦਿੰਦਾ ਹੈ ਆਪਣੇ ਗੁਰੂ ਤੋਂ, ਜਬ ਉਸਕੋ ਕੋਈ ਦੇਵੇ ਮਾਨ, ਜਦੋਂ ਅਸੀਂ ਆਪਣੇ ਗੁਰੂ ਤੋਂ ਮੁੱਖ ਮਾਇਆ ਨੂੰ ਰੱਖ ਲੈਂਦੇ ਹਾਂ ਨਾ, ਵੀ ਗੁਰੂ ਦੀ ਤਾਂ ਚੱਲ ਕੋਈ ਗੱਲ ਨਹੀਂ, ਫਿਰ ਗੁਰੂ ਦੇ ਆਖੇ ਲੱਗ ਲਾਵਾਂਗੇ, ਪਹਿਲੋਂ ਮਾਇਆ ਤਾਂ ਸੰਭਾਲੀਏ। ਇਹ ਮਾਇਆ ਨੂੰ ਮਾਨ ਦਿੱਤਾ ਹੈ ਪਹਿਲ। ਮਾਨ ਦਾ ਅਰਥ ਹੁੰਦਾ ਪਹਿਲ ਦੇ ਆਧਾਰ ਤੇ।
जब उसको कोई देवे मान, ਜਦੋਂ ਇਸ ਮਾਇਆ ਨੂੰ ਕੋਈ ਲੋੜ ਤੋਂ ਜ਼ਿਆਦਾ ਸਤਿਕਾਰ ਦਿੰਦਾ ਜਾਂ ਆਪਣੇ ਗੁਰੂ ਨੂੰ ਪਿੱਛੇ ਕਰਕੇ, ਸੱਚ ਨੂੰ ਪਿੱਛੇ ਕਰਕੇ, ਧਰਮ ਨੂੰ ਪਿੱਛੇ ਕਰਕੇ ਕੇਵਲ ਤੇ ਕੇਵਲ ਮਾਇਆ ਨੂੰ ਹੀ ਮਾਨ ਦਿੰਦਾ ਹੈ ਜੀ, ਤਬ ਆਪਸ ਉਪਰ ਰੱਖੈ ਗੁਮਾਨ। ਫਿਰ ਇਹ ਸਾਡੇ ਅੰਦਰ ਹੰਕਾਰ ਪੈਦਾ ਕਰ ਦਿੰਦੀ ਏ। ਵੇਖੋ ਕਿੱਡਾ ਵੱਡਾ ਔਗਣ ਇਹਦੇ ਵਿੱਚ। ਜੇ ਅਸੀਂ ਮਾਇਆ ਨੂੰ ਮੁੱਖ ਸਮਝਣ ਲੱਗ ਜਾਂਦੇ ਹਾਂ, ਸਾਰਾ ਕੁਝ ਮਾਇਆ ਨੂੰ ਹੀ, ਪੈਸੇ ਨੂੰ ਹੀ ਸਮਝਣ ਲੱਗ ਜਾਂਦੇ ਹਾਂ ਨਾ, ਤੇ ਫਿਰ ਇਹ ਪੈਸਾ ਜਿਹੜਾ ਇਹ ਸਾਡੇ ਅੰਦਰ ਹੰਕਾਰ ਪੈਦਾ ਕਰ ਦਿੰਦਾ ਹੈ ਜੀ। ਜਬ ਉਸ ਕੋ ਕੋਈ ਮਨ ਪਰ ਹਰੈ। ਜਦੋਂ ਕੋਈ ਇਹਨੂੰ ਮਨ ਕਰਕੇ ਪਰਾਂ ਕਰ ਦਿੰਦਾ ਹੈ, ਜਦੋਂ ਕੋਈ ਮਾਇਆ ਨੂੰ ਨਾ ਮਨ ਕਰਕੇ ਪਰਾਂ ਕਰ ਦਿੰਦਾ ਵੀ ਤੂੰ ਆਉਣਾ ਤੇ ਆ ਜਾ, ਨਹੀਂ ਆਉਣਾ ਤੇ ਨਾ ਆ, ਮੇਰੀ ਜਿਹੜੀ ਪਹਿਲ ਹੈ ਨਾ ਇਹ ਗੁਰੂ ਦੀ ਏ, ਮੇਰੀ ਜਿਹੜੀ ਪਹਿਲ ਹੈ ਉਹ ਸੱਚ ਦੀ ਏ, ਮੇਰੀ ਜਿਹੜੀ ਪਹਿਲ ਹੈ ਉਹ ਮੇਰੇ ਧਰਮ ਦੀ ਏ। ਜਬ ਉਸ ਕੋ ਕੋਈ ਮਨ ਪਰ ਹਰੈ, ਜਦੋਂ ਕੋਈ ਮਨ ਕਰਕੇ ਇਸ ਤਰ੍ਹਾਂ ਮਨ ਦੇ ਵਿੱਚ ਧਾਰਨ ਕਰ ਲੈਂਦਾ ਵੀ ਮਾਇਆ ਆਵੇ ਨਾ ਆਵੇ, ਮੇਰਾ ਧਰਮ ਏ, ਮੇਰਾ ਗੁਰੂ ਏ ਜਿਹੜਾ, ਇਹਨੂੰ ਮੈਂ ਪਿੱਛੇ ਨਹੀਂ ਹੋਣ ਦੇਣਾ ਹੈ ਜੀ। ਤਬ ਉਹ ਸੇਵਕ ਸੇਵਾ ਕਰੈ। ਤੇ ਫਿਰ ਇਹ ਸੇਵਕ ਬਣ ਜਾਂਦੀ ਏ, ਇਹ ਸੇਵਾਦਾਰਨੀ ਬਣ ਜਾਂਦੀ ਏ। ਇੱਕ ਨਿੱਕਾ ਜਿਹਾ ਪ੍ਰਸੰਗ ਏ, ਪ੍ਰਿੰਸੀਪਲ ਹੋਏ ਨੇ, ਉਹਨਾਂ ਦਾ ਨਾਂ ਸੀ ਗੁਰਮੁਖ ਸਿੰਘ। ਗੱਲ ਬੜੀ ਦੁੱਖ ਵਾਲੀ ਏ, ਪਰ ਮੈਂ ਕਰਾਂ ਕਿ ਅੱਗੇ ਆ ਗਈ ਏ, ਤੇ ਜਿਹੜੀ ਇਸ ਤਰ੍ਹਾਂ ਕਥਾ ਕਰਦਿਆਂ ਅੱਗੇ ਗੱਲ ਆ ਜਾਂਦੀ ਏ। ਮੈਂ ਉਹ ਗੁਰੂ ਦਾ ਹੁਕਮ ਮੰਨ ਕੇ ਸੰਗਤਾਂ ਦੇ ਵਿੱਚ ਸਾਂਝੀ ਕਰਦਾ, ਮੈਨੂੰ ਭਾਵੇਂ ਕਿਤਨਾ ਵੀ ਉਹਦੇ ਵਿੱਚ ਨੁਕਸਾਨ ਝੱਲਣਾ ਪਵੇ। ਸ਼ੁਰੂ ਤੋਂ ਹੀ ਦਾਸ ਨੇ ਇੱਕ ਨਿਯਮ ਬਣਾਇਆ ਹੈ ਵੀ ਇਸ ਤਰ੍ਹਾਂ ਕਥਾ ਕਰਦਿਆਂ ਜਿਹੜਾ ਵੀ ਪ੍ਰਸੰਗ ਯਾਦ ਆ ਜਾਵੇ ਕੋਈ, ਉਹ ਜ਼ਰੂਰ ਸੰਗਤਾਂ ਦੇ ਨਾਲ ਸਾਂਝਾ ਕਰਨਾ ਹੈ। ਪ੍ਰਿੰਸੀਪਲ ਗੁਰਮੁਖ ਸਿੰਘ ਇਹਨਾਂ ਦਾ ਨਾਂ ਸੀ। ਸਿੱਖ ਮਸ਼ਨਰੀ ਕਾਲਜ ਜਿਹੜਾ ਇਹਨਾਂ ਦੇ ਇਹ ਕਰਿੰਦੇ ਸਨ, ਇਹ ਵਿਦੇਸ਼ ਦੇ ਵਿੱਚ ਗਏ। ਇਹ ਐਡੀ ਸੋਹਣੀ ਕਥਾ ਕਰਿਆ ਕਰਨ, ਐਡੀ ਸੋਹਣੀ ਕਥਾ ਕਰਿਆ ਕਰਨ। ਇੱਕ ਬੱਚੀ ਇਹਨਾਂ ਨੂੰ ਕਹਿਣ ਲੱਗੀ, ਜੀ ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਵਾਂ। ਜਦੋਂ ਬੱਚੀ ਨੇ ਕਿਹਾ ਵੀ ਮੈਂ ਤੁਹਾਡੇ ਨਾਲ ਵਿਆਹ ਕਰਵਾ ਲਾਂ, ਤੇ ਹੈਗੀ ਉਹ ਅੰਗਰੇਜ਼ਨ ਸੀ, ਇਹਨੇ ਕੇਸ ਕਤਲ ਕਰਾ ਦਿੱਤੇ। ਮੈਂ ਗੱਲ ਜ਼ਿਆਦਾ ਨਾ ਵਧਾਵਾਂ, ਥੋੜੇ ਅੱਖਰਾਂ 'ਚ ਹੀ ਸਮਝਣ ਦਾ ਯਤਨ ਕਰਾਂ। ਇਹਨੇ ਕੇਸ ਕਤਲ ਕਰ ਦਿੱਤੇ ਤੇ ਉਹਨੇ ਕਹਿ ਦਿੱਤਾ ਹੁਣ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਂਦੀ। ਕਿਉਂ ਨਹੀਂ ਕਰਾਂਦੀ? ਤੇਰਾ ਧਰਮ ਹੀ ਨਹੀਂ ਰਿਹਾ ਤੇ ਤੂੰ ਮੈਨੂੰ ਕੀ ਰੱਖੇਂਗਾ। ਤਬ ਉਹ ਸੇਵਕ ਸੇਵਾ ਕਰੇ। ਇਹ ਸੇਵਾ ਤਾਂ ਹੀ ਸਾਡੀ ਕਰ ਰਹੀ ਏ, ਸਾਡਾ ਸੇਵਕ ਇਹ ਤਾਂ ਹੀ ਬਣੀ ਹੋਈ ਏ ਜੇ ਅਸੀਂ ਇਹਨੂੰ ਮਨ ਕਰਕੇ ਪਿੱਛੇ ਕੀਤਾ ਤੇ ਆਪਣੇ ਧਰਮ ਨੂੰ ਅੱਗੇ ਕੀਤਾ, ਤਾਂ ਕਰਕੇ ਮੈਨੂੰ ਇਹ ਗੱਲ ਦੱਸਣੀ ਪਈ ਏ। ਇਸ ਤਰ੍ਹਾਂ ਜਦੋਂ ਅਸੀਂ ਮਨ ਕਰਕੇ ਇਹਨੂੰ ਪਰੇ ਕਰ ਦਿੰਦੇ ਹਾਂ ਤੇ ਪਹਿਲ ਗੁਰੂ ਨੂੰ ਰੱਖਦੇ ਹਾਂ, ਪਹਿਲ ਦੇ ਆਧਾਰ ਤੇ ਗੁਰੂ ਹੈ, ਤੇ ਫਿਰ ਗੁਰੂ ਕਿਰਪਾ ਕਰਦਾ, ਇਹ ਸਾਡੀ ਸੇਵਾਦਾਰਨੀ ਬਣ ਜਾਂਦੀ ਹੈ ਜੀ। ਮੁਖ ਬਿਰਾਵੇ ਅੰਤ ਠਗਾਵੇ। ਇਹ ਨਾ ਮੁਖ ਬਰਾਵੇ ਦਾ ਅਰਥ ਹੁੰਦੀ ਹੈ ਮੁਖ ਦੇ ਨਾਲ ਸਾਨੂੰ ਬੁਰਾਉਂਦੀ ਏ। ਜਿਵੇਂ ਜਵਾਕ ਹੈ ਨਾ, ਜਵਾਕ ਨੇ ਕੋਈ ਚੀਜ਼ ਇਸ ਤਰ੍ਹਾਂ ਦੀ ਮੰਗ ਲਈ, ਅਸੀਂ ਉਹਨੂੰ ਉਹ ਚੀਜ਼ ਨਹੀਂ ਲੈ ਕੇ ਦੇ ਸਕਦੇ, ਤੇ ਫਿਰ ਅਸੀਂ ਜਵਾਕ ਨੂੰ ਵਡਿਆਉਂਦੇ ਹਾਂ, ਵਰਾਉਂਦੇ ਹਾਂ। ਜਵਾਕ ਨੂੰ ਵਰਾਉਣਾ ਤਾਂ ਆਪਾਂ ਸਮਝਦੇ ਹਾਂ, ਅਸੀਂ ਜਵਾਕ ਨੂੰ ਵਰਾਉਂਦੇ ਹਾਂ ਵੀ ਇਹਨੂੰ ਇਹ ਚੀਜ਼ ਵੀ ਨਾ ਲੈ ਕੇ ਦੇਣੀ ਪਵੇ ਤੇ ਇਹ ਚੁੱਪ ਵੀ ਕਰ ਜਾਵੇ, ਜਿੱਦ ਵੀ ਛੱਡ ਦੇਵੇ। ਮੁੱਖ ਬਰਾਵੇ ਇਹ ਕੀ ਕਰਦੀ ਏ? ਇਸ ਤਰ੍ਹਾਂ ਸਾਨੂੰ ਵਰਾਉਂਦੀ ਏ ਵੀ ਤੂੰ ਐਂ ਕਰ, ਗੁਰੂ ਦੇ ਨਾਲੋਂ ਟੁੱਟ ਜਾ ਤੇ ਮੇਰੇ ਨਾਲ ਆ ਜਾ। ਇਸ ਤਰ੍ਹਾਂ ਸਾਨੂੰ ਵਰਾਉਂਦੀ, ਮੈਂ ਤੈਨੂੰ ਆਹ ਚੀਜ਼ ਦਿਆਂਗੀ, ਮੈਂ ਤੈਨੂੰ ਇਸ ਤਰ੍ਹਾਂ ਕਰਾਂਗੀ। ਬੜੇ ਭੁਲੇਖੇ ਪਾਉਂਦੀ ਏ। ਅੰਤ ਠਗਾਵੇ, ਅੰਤ ਨੂੰ ਠੱਗੀ ਮਾਰਦੀ ਹੈ। ਮੈਂ ਇੱਕ ਵਾਰੀ ਥੋੜੀ ਜਿਹੀ ਖੇਚਲਾ ਹੋਰ ਕਰਾਂਗੇ। ਇੱਕ ਬੱਚਾ ਨਿੱਕਾ ਜਿਹਾ, ਮਾਤਾ ਪਿਤਾ ਨੂੰ ਪਤਾ ਹੈ ਵੀ ਜੇ ਅਸੀਂ ਇਹਨੂੰ ਮੋਬਾਈਲ ਲੈ ਦਿੱਤਾ ਨਾ ਤੇ ਇਹਨੇ ਪੜ੍ਹਾਈ ਛੱਡ ਕੇ ਸਾਰਾ ਦਿਨ ਮੋਬਾਈਲ ਤੇ ਲੱਗੇ ਰਹਿਣਾ ਹੈ। ਫਿਰ ਸਿਆਣੇ ਮਾਤਾ ਪਿਤਾ ਜਿਹੜੇ ਹੁੰਦੇ ਨੇ ਉਹ ਜਵਾਕ ਨੂੰ ਵਡਿਆਉਂਦੇ ਨੇ ਵੀ ਤੂੰ ਇਸ ਤਰ੍ਹਾਂ ਕਰ, ਇੰਨੇ ਨੰਬਰ ਲੈ ਲਾ +2 ਦੇ ਵਿੱਚੋਂ ਤੇ ਇੰਨੀਆਂ ਜਮਾਤਾਂ ਪੜ੍ਹ ਲਾ ਤੇ ਫਿਰ ਤੈਨੂੰ ਅਸੀਂ ਸਾਰਿਆਂ ਤੋਂ ਮਹਿੰਗਾ ਮੋਬਾਈਲ ਹੈ ਜਿਹੜਾ ਉਹ ਲੈ ਕੇ ਦਿਆਂਗੇ। ਲੈ ਲੂ ਕੇ ਤਾਂ ਦੇਣਾ ਕੋਈ ਨਹੀਂ ਹੁੰਦਾ, ਪਤਾ ਹੁੰਦਾ ਵੀ ਅੱਗੇ ਵੀ ਇੰਨੇ ਪੜ੍ਹਨਾ ਹੈ। ਉਹ ਇੱਕ ਹੀ ਜਵਾਕ ਨੂੰ ਆਪਾਂ ਟਾਲ ਦਿੰਦੇ ਹਾਂ। ਇਸ ਤਰ੍ਹਾਂ ਇੱਕ ਵਾਰੀ ਸਾਨੂੰ ਇਹ ਧਰਮ ਤੋਂ ਜ਼ਰੂਰ ਭ੍ਰਸ਼ਟ ਕਰਦੀ ਏ। ਸਾਨੂੰ ਵਡਿਆ ਕੇ, ਸਾਨੂੰ ਵਰਾ ਕੇ, ਮੂੰਹ ਦੇ ਨਾਲ ਬੋਲ ਕੇ ਅੰਤ ਠਗਾਵੇ।
ਇਹਨੇ ਲੈਣਾ ਦੇਣਾ ਕੁਝ ਨਹੀਂ ਹੁੰਦਾ, ਇਹਨੇ ਸਾਡੇ ਨਾਲ ਠੱਗੀ ਮਾਰਨੀ ਹੁੰਦੀ ਵੀ ਇਹਨੂੰ ਮੈਂ ਰੱਬ ਦੇ ਨਾਲੋਂ ਤੋੜਾਂ। ਇਸ ਤਰ੍ਹਾਂ ਭਾਈ ਅੰਤ ਸਮੇਂ ਸਾਡੇ ਨਾਲ ਠੱਗੀ ਮਾਰਦੀ ਹੈ ਜੀ। ਇਕਤ ਠਾਵਰ ਉਹ ਕਹੀ ਨਾ ਸਮਾਵੈ। ਇੱਕ ਇਹਦੇ 'ਚ ਇਹ ਵੀ ਔਗਣ ਹੈ, ਇੱਕ ਥਾਂ ਤੇ ਨਹੀਂ ਰਹਿੰਦੀ। ਅੱਜ ਮੇਰੀ ਏ ਤੇ ਕੱਲ ਨੂੰ ਤੁਹਾਡੀ ਏ, ਪਰਸੋਂ ਕਿਸੇ ਹੋਰ ਦੀ ਏ, ਚੌਥੇ ਦਿਨ ਕਿਸੇ ਹੋਰ ਦੀ ਏ। ਕਦੀ ਵੇਖਿਆ ਕਿਸੇ ਨੇ 100 ਰੁਪਇਆ ਜੇਬ 'ਚ ਰੱਖਿਆ ਹੋਵੇ ਤੇ ਸਾਰੀ ਉਮਰ ਹੀ ਉਹਦੀ ਜੇਬ 'ਚ ਰਿਹਾ ਹੋਵੇ? ਜੇ ਸਾਰੀ ਉਮਰ ਜੇਬ 'ਚ ਰੱਖਾਂਗੇ ਤੇ ਫਿਰ ਕਾਰੋਬਾਰ ਨਹੀਂ ਚੱਲੇਗਾ। ਇਕਤ ਠੌਰ ਉਹ ਕਹੀ ਨਾ ਸਮਾਵੇ। ਇੱਕ ਥਾਂ ਤੇ ਇਹ ਨਹੀਂ ਸਮਾਉਂਦੀ, ਇੱਕ ਥਾਂ ਤੇ ਨਹੀਂ ਰਹਿੰਦੀ। ਕਿਤੇ ਘਾਟ, ਕਿਤੇ ਬਾਦ, ਕਿਤੇ ਵੱਧ ਜਾਂਦੀ ਹੈ, ਕਿਤੇ ਘਟ ਜਾਂਦੀ ਹੈ, ਕਿਤੇ ਆਉਂਦੀ ਜਾਂਦੀ ਹੈ। ਇਸ ਤਰ੍ਹਾਂ ਇਹ ਵੀ ਇਹਦਾ ਗੁਣ ਹੈ। ਮੈਂ ਇੱਕ ਵਾਰੀ ਥੋੜ੍ਹੀ ਜਿਹੀ ਹੋਰ ਮਿਹਨਤ ਕਰਾਂਗਾ। ਮੁੱਖ ਬਹਿਰਾਵੇ ਇਹਦਾ ਸੁਭਾਅ ਹੈ, ਇਹ ਮੂੰਹ ਦੇ ਨਾਲ ਸਾਨੂੰ ਨਾ ਵਰਚਾਉਂਦੀ ਏ, ਸਾਨੂੰ ਵਡਾਉਂਦੀ ਏ। ਮੂੰਹ ਦੇ ਨਾਲ ਬੋਲ ਬੋਲ ਕੇ ਸਾਨੂੰ ਸੁੱਖ ਦੱਸਦੀ ਏ, ਅੰਤ ਠਗਾਵੇ। ਪਰ ਅੰਤ ਨੂੰ ਇਹਨੇ ਸਾਡੇ ਨਾਲ ਠੱਗੀ ਮਾਰਨੀ ਹੁੰਦੀ ਏ। ਠੱਗੀ ਕੀ ਮਾਰਦੀ ਏ? ਸਾਨੂੰ ਸਾਡੇ ਧਰਮ ਤੋਂ ਭ੍ਰਸ਼ਟ ਕਰ ਦੇਗੀ, ਸਾਨੂੰ ਗੁਰੂ ਦੇ ਵੱਲੋਂ ਮਨਮੁਖ ਕਰ ਦੇਗੀ। ਇਸ ਤਰ੍ਹਾਂ ਦੀਆਂ ਬੁਰਾਈਆਂ ਕਰਕੇ ਨਾ ਇਹ ਸਾਡੇ ਨਾਲ ਠੱਗੀ ਮਾਰ ਲੈਂਦੀ ਏ। ਇਕਤ ਠੌਰ ਉਹ ਕਈ ਨਾ ਸਮਾਵੇ। ਇੱਕ ਥਾਂ ਤੇ ਇਹ ਕਦੇ ਟਿਕਦੀ ਨਹੀਂ, ਕਦੇ ਕਿਤੇ ਚਲੀ ਜਾਂਦੀ ਹੈ, ਕਦੇ ਕਿਤੇ ਚਲੀ ਜਾਂਦੀ ਹੈ ਜੀ। ਉਨ ਮੋਹੇ ਬਾਤੇ ਬ੍ਰਹਮੰਡ। ਜਿਹੜਾ ਗੋਲ ਹੋਵੇ ਉਹਨੂੰ ਬ੍ਰਹਮੰਡ ਆਖਦੇ ਨੇ। 9 ਖੰਡ ਨੇ ਧਰਤੀ ਦੇ ਤੇ ਬ੍ਰਹਮੰਡ 7 ਮੰਨੇ ਨੇ। ਉਹਨੂੰ ਮੋਹੇ ਬਹੁਤੇ ਬ੍ਰਹਮੰਡ। ਇਸ ਮਾਇਆ ਨੇ ਨਾ ਇਸ ਤਰ੍ਹਾਂ ਕਰਕੇ ਬੜੇ ਜ਼ਿਆਦਾ ਜਿਹੜੇ ਬ੍ਰਹਮੰਡ ਨੇ ਇਹ ਸਾਰੇ ਮੋਹ ਰੱਖੇ ਹਨ ਜੀ। ਰਾਮ ਜਨੀ ਕੀਨੀ ਖੰਡ ਖੰਡ। ਪਰ ਜਿਹੜਾ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲਾ ਹੈ ਉਹਨੂੰ ਰਾਮ ਜਨੀ ਆਖਿਆ। ਰਾਮ ਦੇ ਜਣੇ ਹੋਏ ਜਿਹੜੇ ਰੱਬ ਦਾ ਨਾਮ ਜਪਣ ਵਾਲੇ ਨੇ, ਗੁਰੂ ਦੇ ਸੇਵਕ ਨੇ, ਕੀਨੀ ਖੰਡ ਖੰਡ, ਉਹਨਾਂ ਨੇ ਇਹਨੂੰ ਖੰਡ ਖੰਡ ਕੀਤਾ। ਭਾਵ ਉਹਨਾਂ ਨੇ ਇਹਦਾ ਜ਼ੋਰ ਨਹੀਂ ਚੱਲਣ ਦਿੱਤਾ। ਜਿਵੇਂ ਕੋਈ ਵੈਰੀ ਆਕਰਮਣ ਕਰੇ ਨਾ, ਹਮਲਾ ਕਰਕੇ ਆਵੇ ਤੇ ਅਸੀਂ ਉਹਦੇ ਟੁਕੜੇ ਕਰ ਦਈਏ ਤੇ ਫਿਰ ਉਹ ਜਿੰਦਾ ਨਹੀਂ ਰਹਿੰਦਾ, ਕੁਝ ਕਰਨ ਜੋਗਾ ਨਹੀਂ ਰਹਿੰਦਾ। ਇਸੇ ਤਰ੍ਹਾਂ ਪ੍ਰਭੂ ਪਰਮਾਤਮਾ ਦੇ ਜਿਹੜੇ ਭਗਤ ਨੇ, ਬੰਦਗੀ ਸਿਮਰਨ ਕਰਨ ਵਾਲੇ ਗੁਰਸਿੱਖ ਨੇ ਨਾ, ਉਹ ਬੰਦਗੀ ਕਰਕੇ ਸਿਮਰਨ ਕਰਕੇ ਇਹਨੂੰ ਤੋੜ ਫੋੜ ਕੇ ਰੱਖਦੇ ਹਨ ਜੀ। ਜੋ ਮੰਗੈ ਸੋ ਭੁੱਖਾ ਰਹੈ। ਹੁਣ ਗੁਰੂ ਮਹਾਰਾਜ ਜੀ ਦੱਸਦੇ ਨੇ, ਜੇ ਕਿਸੇ ਦੇ ਅੰਦਰ ਇਸ ਦੀ ਮੰਗ ਬਣ ਜੇ ਨਾ ਵੀ ਮੇਰੇ ਕੋਲ ਹੋਰ ਆ ਜੇ, ਮੇਰੇ ਕੋਲ ਹੋਰ ਆ ਜੇ, ਤੇ ਉਹਦੇ ਅੰਦਰ ਫਿਰ ਤ੍ਰਿਸ਼ਨਾ ਦੀ ਭੁੱਖ ਇਹ ਲਾ ਦਿੰਦੀ, ਉਹ ਰੱਜਦਾ ਕਦੀ ਨਹੀਂ। ਆਪ ਜੀ ਨੇ ਕਰੁੰਗ ਦਾ ਨਾਮ ਵੀ ਸੁਣਿਆ, ਉਹਦੀ ਸਾਖੀ ਵੀ ਸੁਣੀ ਹੈ। ਇਹ ਜਿਹੜਾ ਕਰੁੰਗ ਸੀ ਨਾ, ਇਹਨੇ ਕਹਿੰਦੇ ਨੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਈਏ ਕੱਢ ਲਏ ਸਨ। ਇਤਨਾ ਇਹ ਮਾਇਆ ਕਰਕੇ ਭੁੱਖਾ ਹੋ ਗਿਆ ਸੀ, ਇਤਨੀ ਇਹਦੇ ਅੰਦਰ ਭੁੱਖ ਹੋ ਗਈ ਸੀ, ਇਹਨੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਰੁਪਈਏ ਕੱਢ ਲਏ ਸਨ। ਮੁਸਲਮਾਨਾਂ ਦੀ ਇੱਕ ਰੀਤ ਹੈ, ਜਦੋਂ ਉਹਨਾਂ ਦਾ ਕੋਈ ਮਰਦਾ ਨਾ, ਉਹਨੂੰ ਦਫਨ ਕਰਨ ਤੋਂ ਪਹਿਲਾਂ ਉਹਦੇ ਮੂੰਹ ਦੇ ਵਿੱਚ ਸਿੱਕਾ ਦਿੰਦੇ ਨੇ। ਕੋਈ ਚਾਂਦੀ ਦਾ ਦਿੰਦਾ, ਕੋਈ ਸੋਨੇ ਦਾ ਦਿੰਦਾ, ਕੋਈ ਤਾਂਬੇ ਦਾ। ਜਿਸ ਤਰ੍ਹਾਂ ਦਾ ਪਰਿਵਾਰ ਕੋਲੇ ਗੁੰਜਾਇਸ਼ ਹੁੰਦੀ, ਕੋਈ ਜ਼ਿਆਦਾ ਅਮੀਰ ਹੈ ਤੇ ਸੋਨੇ ਦਾ ਪਾ ਦਿੰਦਾ ਭਾਈ, ਕੋਈ ਥੋੜ੍ਹਾ ਅਮੀਰ ਹੈ ਉਹ ਚਾਂਦੀ ਦਾ ਪਾ ਦਿੰਦਾ, ਤੇ ਜੇ ਉਦੋਂ ਘੱਟ ਗਰੀਬ ਹੈ ਤਾਂ ਫਿਰ ਭਾਈ ਉਹ ਤਾਂਬੇ ਆਦਿਕ ਜਾਂ ਇਸ ਤਰ੍ਹਾਂ ਦੇ ਹੋਰ ਸਿੱਕੇ ਪਾ ਦਿੰਦੇ ਨੇ। ਸਿੱਕਾ ਜ਼ਰੂਰ ਪਾਉਂਦੇ ਨੇ। ਇਹਨੇ ਕਹਿੰਦੇ ਨੇ ਮੁਰਦੇ ਦੇ ਮੂੰਹ ਦੇ ਵਿੱਚੋਂ ਵੀ ਸਿੱਕੇ ਕਢਾ ਲਏ ਸਨ। ਇੱਕ ਨਿੱਕਾ ਜਿਹਾ ਪ੍ਰਸੰਗ, ਉਹਦੇ ਨਾਲ ਥੋੜ੍ਹੀ ਜ਼ਿਆਦਾ ਸਮਝ ਆ ਜਾਵੇਗੀ। ਇਹ ਕਰੂੰਗੇ ਜਿਹੜਾ ਇਹਨੇ ਵੇਖਿਆ ਵੀ ਮੇਰੇ ਦੇਸ਼ ਦੇ ਵਿੱਚ ਕਿਸੇ ਕੋਲੇ ਮਾਇਆ ਤਾਂ ਨਹੀਂ ਰਹਿ ਗਈ, ਤਾਂ ਇਹਨੇ ਆਪਣੀ ਬੱਚੀ ਹੈ ਨਾ ਜਿਹੜੀ ਚੌਂਕ ਦੇ ਵਿੱਚ ਖੜੀ ਕਰ ਦਿੱਤੀ ਤੇ ਇਹ ਕਹਿ ਦਿੱਤਾ ਵੀ ਜਿਹੜਾ ਇਸ ਤਰ੍ਹਾਂ ਇੰਨੀ ਕੁ ਮਾਇਆ ਦੇਗਾ ਤੇ ਉਹਦੇ ਨਾਲ ਮੈਂ ਆਪਣੀ ਬੱਚੀ ਦਾ ਰਿਸ਼ਤਾ ਕਰ ਦਿਆਂਗਾ। ਇੱਕ ਬੱਚਾ ਸੀ, ਉਹਦੀ ਮਾਤਾ ਵਿਧਵਾ ਸੀ। ਉਹਨੇ ਬੜੀ ਜਿੱਦ ਕੀਤੀ, ਕਹਿੰਦਾ ਜੀ ਅੱਜ ਇੰਨੇ ਪੈਸਿਆਂ ਦੇ ਵਿੱਚ ਮੇਰਾ ਵਿਆਹ ਹੁੰਦਾ, ਇੱਕ ਸਿੱਕੇ ਨਾਲ ਮੇਰਾ ਵਿਆਹ ਹੁੰਦਾ, ਤੇ ਮਾਤਾ ਜੀ ਤੁਸੀਂ ਮੈਨੂੰ ਇੱਕ ਸਿੱਕਾ ਵੀ ਨਹੀਂ ਦੇ ਸਕਦੇ। ਇਹਨੇ ਬੜਾ ਸਮਝਾਇਆ ਵੀ ਇਹਦੇ 'ਚ ਇਹਦੀ ਕੋਈ ਚਾਲ ਹੋ ਸਕਦੀ, ਇਹਨੇ ਲੋਕਾਂ ਦੇ ਘਰੇ ਪੈਸੇ ਤਾਂ ਛੱਡੇ ਨਹੀਂ ਹੈਗੇ, ਸਿੱਕਾ ਤਾਂ ਕੋਈ ਛੱਡਿਆ ਨਹੀਂ ਹੈਗਾ, ਤੇ ਮੈਂ ਤੈਨੂੰ ਕਿੱਥੋਂ ਦਿਆਂ। ਜਦੋਂ ਬੱਚਾ ਆਖਰੀ ਤੱਤ ਤੇ ਆ ਗਿਆ ਵੀ ਮੈਂ ਤਾਂ ਮਰਦਾ, ਤੇ ਇਹਨੇ ਆਖਿਆ ਚੰਗਾ ਫਿਰ ਤੇਰੇ ਪਿਤਾ ਦੀ ਕਬਰ ਪੱਟ ਤੇ ਉਹਦੇ ਮੂੰਹ ਦੇ ਵਿੱਚ ਜਿਹੜਾ ਸਿੱਕਾ ਪਾਇਆ ਸੀ ਉਹ ਲਿਜਾ ਕੇ ਦੇ ਦੇ ਉਹਨੂੰ। ਇਹ ਜਦੋਂ ਸਿੱਕਾ ਲੈ ਕੇ ਗਿਆ ਤੇ ਸਿਪਾਹੀਆਂ ਨੇ ਫੜ ਲਿਆ, ਕਹਿੰਦੇ ਬਸ ਅਸੀਂ ਵੇਖਣਾ ਹੀ ਸੀ ਵੀ ਕਿਸੇ ਕੋਲ ਸਿੱਕੇ ਹੈਗੇ ਨੇ ਕਿ ਨਹੀਂ ਹੈਗੇ। ਫਿਰ ਇਹਨੇ ਕਬਰਾਂ ਪਟਾ ਦਿੱਤੀਆਂ ਸੀ ਕਰੂੰ ਨੇ। ਕਬਰਾਂ ਪਟਾ ਕੇ ਤੇ ਸਾਰੀਆਂ ਕਬਰਾਂ 'ਚੋਂ ਮੂੰਹਾਂ 'ਚੋਂ ਸਿੱਕੇ ਕਢਵਾ ਲਏ ਸਨ। ਸੋ ਜੋ ਮੰਗੇ ਸੋ ਭੁੱਖਾ ਰਹੇ। ਜਿਹੜਾ ਇਸ ਤਰ੍ਹਾਂ ਮਨ ਦੇ ਵਿੱਚ ਇਹਦੀ ਮੰਗ ਬਣਾ ਲੈਂਦਾ ਨਾ,
ਉਹ ਕਦੇ ਰੱਜਦਾ ਨਹੀਂ, ਭਾਵੇਂ ਉਹਦੇ ਕੋਲ ਕਿੰਨਾ ਮਰਜ਼ੀ ਧਨ ਹੋ ਜੇ, ਉਹਦੇ ਅੰਦਰ ਤ੍ਰਿਸ਼ਨਾ ਜਿਹੜੀ ਇਹ ਫਿਰ ਇਹ ਵਧਾ ਦਿੰਦੀ ਹੈ ਜੀ। ਇਸ ਸੰਗ ਰਾਚੈ ਸੋ ਕਛੂ ਨਾ ਲਹੈ। ਜਿਹੜਾ ਇਹਦੇ ਨਾਲ ਰਚ ਮਿਚ ਜਾਂਦਾ ਹੈ ਨਾ, ਉਹ ਦੁਨੀਆ ਦੇ ਵਿੱਚੋਂ ਕੁਝ ਵੀ ਨਹੀਂ ਲੈ ਕੇ ਜਾਂਦਾ। ਅਸੀਂ ਦੁਨੀਆ ਦੇ ਵਿੱਚੋਂ ਲੈ ਕੇ ਜਾਂਦੀਆਂ ਹੁੰਦੀਆਂ ਨੇ ਨੇਕੀਆਂ, ਅਸੀਂ ਦੁਨੀਆ ਦੇ ਵਿੱਚੋਂ ਲੈ ਕੇ ਜਾਣਾ ਹੁੰਦਾ ਹੈ ਪ੍ਰਭੂ ਪਰਮਾਤਮਾ ਦਾ ਨਾਮ ਜਪ ਕੇ। ਇਹ ਚੀਜ਼ਾਂ ਸਾਡੇ ਨਾਲ ਜਾਂਦੀਆਂ ਨੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜਾ ਇਹਦੇ ਨਾਲ ਰਚ ਕੇ ਰਵੇ ਨਾ ਮਾਇਆ ਦੇ ਨਾਲ, ਉਹ ਫਿਰ ਦੁਨੀਆ ਦੇ ਵਿੱਚੋਂ ਸਖਣਾ ਹੋ ਕੇ ਜਾਂਦਾ ਹੈ। ਕਿਉਂਕਿ ਮਾਇਆ ਦਾ ਲਾਲਚ ਜਿਹੜਾ ਨੇਕੀ ਨਹੀਂ ਕਰਨ ਦਿੰਦਾ। ਬਿਨਾਂ ਬੁਰਾਈ ਤੋਂ ਪਾਪਾਂ ਬਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਧੰਨ ਗੁਰਬਾਣੀ ਦੇ ਅੰਦਰ ਇਹ ਵੀ ਤੁਕ ਦਰਜ ਹੈ ਗੁਰੂ ਮਹਾਰਾਜ ਜੀ ਦੀ, ਪਾਪਾਂ ਬਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਮਾਇਆ ਨਾ ਜਿਹੜੀ, ਇਹ ਭਾਈ ਪਾਪ ਤੋਂ ਬਿਨਾਂ ਇਸ ਤਰ੍ਹਾਂ ਢੇਰ ਨਹੀਂ ਲੱਗਦੇ, ਤੇ ਜਦੋਂ ਮਰਾਂਗੇ ਉਦੋਂ ਇਹਨੇ ਨਾਲ ਵੀ ਕੋਨੀ ਜਾਣਾ। ਹੁਣ ਗੁਰੂ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਦੱਸਦੇ ਨੇ, ਇਸ ਸੰਗ ਰਾਚੇ ਸੋ ਕਛ ਨਾ ਲਹੇ। ਜਿਹੜਾ ਭਾਈ ਇਸ ਤਰ੍ਹਾਂ ਇਹਦੇ ਨਾਲ ਹੀ ਲੱਗਿਆ ਰਹਿੰਦਾ, ਰਚਿਆ ਮਿਚਿਆ ਰਹਿੰਦਾ ਹੈ, ਉਹ ਸੰਸਾਰ ਤੋਂ ਸਖਣਾ ਜਾਂਦਾ। ਨਾ ਨੇਕੀ ਕਰ ਸਕਦਾ, ਨਾ ਭਲਾ ਕਰ ਸਕਦਾ, ਨਾ ਪੁੰਨ ਦਾਨ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ। ਤੇ ਬੰਦਗੀ ਹੈ ਜਿਹੜੀ ਉਹ ਇਹ ਕਰਨ ਨਹੀਂ ਦਿੰਦੀ ਹੈ ਜੀ। ਇਸ ਹੈ ਤਿਆਗ ਸਤ ਸੰਗਤ ਕਰੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੁੱਖ ਇਨਸਾਨ ਉਹ ਹੈ ਜਿਹੜਾ ਇਸ ਮਾਇਆ ਨੂੰ ਛੱਡ ਕੇ ਸੱਚੇ ਸਤਿਗੁਰ ਦੀ ਸਤ ਸੰਗਤ ਕਰਦਾ ਹੈ, ਸਤ ਸੰਗਤ ਦੇ ਵਿੱਚ ਆਉਂਦਾ ਹੈ। ਸਤ ਸੰਗਤ ਗੁਰੂ ਦੀ ਉਹ ਕਲਾਸ ਹੈ ਜਿੱਥੇ ਗਿਆਨ ਦੀ ਪੜ੍ਹਾਈ ਕੀਤੀ ਜਾਂਦੀ ਹੈ, ਇੱਥੇ ਅਧਿਆਤਮਕ ਸਿਖਾਇਆ ਜਾਂਦਾ ਹੈ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ, ਗੁਰੂ ਮਹਾਰਾਜ ਜੀ ਦਾ ਫਰਮਾਨ ਹੈ, ਸਤ ਸੰਗ ਕੈਸੀ ਜਾਣੀਏ ਜਿੱਥੇ ਏਕੋ ਨਾਮ ਵਖਾਣੀ। ਗੁਰੂ ਮਹਾਰਾਜ ਜੀ ਕਹਿੰਦੇ ਨੇ, ਜਿੱਥੇ ਕੇਵਲ ਤੇ ਕੇਵਲ ਇੱਕ ਨਾਮ ਦਾ ਵਖਿਆਨ ਹੋਵੇ ਨਾ, ਉਸ ਨੂੰ ਅਸੀਂ ਸਤ ਸੰਗਤ ਆਖ ਸਕਦੇ ਹਾਂ। ਇਸੇ ਤਿਆਗ ਸਤ ਸੰਗਤ ਕਰੇ, ਜਿਹੜਾ ਇਸ ਨੂੰ ਛੱਡ ਕੇ ਸੱਚੇ ਸਤਿਗੁਰ ਦੀ ਸਤ ਸੰਗਤ ਕਰਦਾ ਹੈ ਜੀ। ਵਡ ਭਾਗੀ ਨਾਨਕ ਉਹ ਤਰੈ। ਉਹ ਭਾਈ ਬੜੇ ਵੱਡੇ ਭਾਗਾਂ ਵਾਲਾ ਹੈ, ਤੇ ਉਹ ਇਸ ਸੰਸਾਰ ਦੇ ਵਿੱਚੋਂ ਤਰ ਜਾਂਦਾ ਹੈ। ਉਹਦਾ ਇਸ ਸੰਸਾਰ ਦੇ ਵਿੱਚੋਂ ਤਰਨਾ ਹੋ ਜਾਂਦਾ ਹੈ। ਇਹ ਮਾਇਆ ਦੇ ਪਰਥਾਏ ਇੱਕੋ ਹੀ ਸ਼ਬਦ ਸੀ ਧੰਨ ਗੁਰੂ ਅਰਜਨ ਦੇਵ ਜੀ ਦਾ, ਸੱਚੇ ਸਤਿਗੁਰ ਦਾ। ਸੋ ਆਪ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਕਈ ਵਾਰੀ ਵਿਚਾਰਾਂ ਕਰਦਿਆਂ ਕੋਈ ਇਸ ਤਰ੍ਹਾਂ ਦੀ ਨੁਕਤਾ ਜਾਂ ਕੋਈ ਵਖਿਆਨ ਜਾਂ ਕੋਈ ਸਾਖੀ ਦਰਜ ਕਰਦਿਆਂ ਜਿੰਦੇ ਨਾਲ ਕਿਸੇ ਦੀ ਆਤਮਾ ਨੂੰ ਠੇਸ ਪਹੁੰਚੀ ਹੋਵੇ, ਤੇ ਦਾਸ ਖਿਮਾ ਦਾ ਜਾਚ ਕੇ ਕੇਵਲ ਤੇ ਕੇਵਲ ਗੁਰਬਾਣੀ ਨੂੰ ਸਮਝਣ ਦਾ, ਗੁਰਬਾਣੀ ਨੂੰ ਸਮਝਾਉਣ ਦਾ ਇਹੀ ਉਪਰਾਲਾ ਹੈ ਵੀ ਜੋ ਗੁਰੂ ਮਹਾਰਾਜ ਜੀ ਦਾ ਫਰਮਾਨ ਹੈ ਉਹ ਆਪ ਸੰਗਤਾਂ ਨੂੰ ਸਮਝ ਆ ਜਾਵੇ। ਜੋ ਗੁਰਬਾਣੀ ਸਾਨੂੰ ਦੱਸ ਰਹੀ ਉਸ ਗੱਲ ਦੀ ਸਾਨੂੰ ਸਮਝ ਆ ਜਾਵੇ। ਉਹ ਸਮਝ ਨੂੰ ਅਸੀਂ ਆਪਣੇ ਜੀਵਨ ਦੇ ਵਿੱਚ, ਆਪਣੀ ਝੋਲੀ ਦੇ ਵਿੱਚ ਪਾ ਕੇ ਤੇ ਆਪਣਾ ਜੀਵਨ ਹੈ ਜਿਹੜਾ ਇਹ ਸਫਲ ਕਰਨਾ ਹੈ। ਸੋ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਦੱਸਿਆ ਹੈ, ਅਸੀਂ ਸੱਚੇ ਸਤਿਗੁਰ ਦਾ ਨਾਮ ਜਪੀਏ, ਬੰਦਗੀ ਕਰੀਏ, ਸਿਮਰਨ ਕਰੀਏ। ਇਹਦੇ ਨਾਲ ਸਿੱਧੀ ਤੇ ਬੁੱਧੀ ਦੋਵੇਂ ਦਾਤਾਂ ਪ੍ਰਾਪਤ ਹੋ ਜਾਂਦੀਆਂ ਨੇ। ਜਿਸ ਪ੍ਰਾਣੀ ਦੇ ਪਾਸ ਸਿੱਧੀ ਵੀ ਹੈ ਤੇ ਬੁੱਧੀ ਵੀ ਹੈ, ਸਿੱਧੀ ਦੇ ਨਾਲ ਵਿਘਨ ਕੋਈ ਨਹੀਂ ਪੈਂਦਾ, ਤੇ ਬੁੱਧੀ ਦੇ ਨਾਲ ਅਸੀਂ ਕੰਮ ਹੈ ਜਿਹੜਾ ਉਹਨੂੰ ਕਰ ਸਕਦੇ ਹਾਂ। ਸਿੱਧੀ ਤੇ ਬੁੱਧੀ ਦੇ ਨਾਲ ਫਿਰ ਸੱਚੇ ਸਤਿਗੁਰ ਦੀ ਰਹਿਮਤ ਹੁੰਦੀ ਹੈ, ਫਿਰ ਬਰਕਤ ਪੈ ਜਾਂਦੀ। ਬਰਕਤ ਦੇ ਨਾਲ ਮਨੁੱਖ ਦਾ ਜੀਵਨ ਹੈ ਜਿਹੜਾ ਇਹ ਸੁੱਖ ਦੇ ਨਾਲ ਅੱਗੇ ਤੋਂ ਅੱਗੇ ਵਿਚਰਦਾ ਹੈ। ਜਦੋਂ ਜੀਵਨ ਸੁੱਖ ਵਾਲਾ ਹੋਏਗਾ, ਫਿਰ ਮਨੁੱਖ ਬੇਈਮਾਨੀ, ਚੋਰੀ, ਬੁਰਾਈ ਇਹਨਾਂ ਔਗਣਾਂ ਤੋਂ ਬਚਿਆ ਰਹੇਗਾ। ਇਹ ਸਾਰੀ ਕਿਰਪਾ ਗੁਰੂ ਮਹਾਰਾਜ ਜੀ ਦੇ ਨਾਮ ਦੇ ਵਿੱਚ। ਸੱਚੇ ਸਤਿਗੁਰ ਕਿਰਪਾ ਕਰ, ਰਹਿਮਤ ਕਰਨ, ਸਾਨੂੰ ਸਾਰਿਆਂ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰਨ, ਤਾਂ ਕਿ ਅਸੀਂ ਗੁਰੂ ਮਹਾਰਾਜ ਜੀ ਦੇ ਦਰ ਤੋਂ ਨਾਮ ਦੀ ਦਾਤ ਪ੍ਰਾਪਤ ਕਰਕੇ ਆਪਣਾ ਜੀਵਨ ਸੌਖਾ ਬਣਾ ਸਕੀਏ। ਦੇਹੋ ਸੱਜਣ ਆਸੀਸੜੀਆ, ਜੋ ਹੋਵੇ ਸਹਿਬ ਸਿਉ ਮੇਲ। ਜੋ ਮਾਤੈ